ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਗੁਰੂ ਦੀਆਂ ਗੱਲਾਂ ਕਰਨ ਦਾ, ਸੁਣਨ ਦਾ ਸਮਾਂ ਪ੍ਰਾਪਤ ਹੋਇਆ ਹੈ। ਸਮਾਂ ਵੀ ਉਹੀ ਪ੍ਰਵਾਨ ਹੁੰਦਾ ਜਿਹੜਾ ਗੁਰੂ ਦੀ ਸਿਫਤ ਸਲਾਹ ਵਿੱਚ ਲੱਗ ਜਾਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਰੱਬੀ ਬਾਣੀ ਜਪ ਦੀ ਵਿਚਾਰ ਸਾਡੀ ਚੱਲ ਰਹੀ ਹੈ। ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। 26 ਪੌੜੀਆਂ ਦੀ ਵਿਚਾਰ ਅਸੀਂ ਸੰਪੂਰਨ ਕਰ ਚੁੱਕੇ ਹਾਂ। ਅੱਜ 100 ਦਰ ਵਾਲੀ ਪੌੜੀ ਜੋ ਸਾਡੀ ਸਕਰੀਨ ਦੇ ਉੱਤੇ ਸਾਨੂੰ ਨਜ਼ਰ ਆ ਰਹੀ ਹੈ, ਲੰਬੀ ਪੌੜੀ ਹੈ। ਤਾਂ ਇਹ 100 ਦਰ ਵਾਲੀ ਪੌੜੀ ਦੀ ਵਿਚਾਰ ਜਿਹੜੀ ਹੈ ਅੱਜ ਆਰੰਭ ਹੋਏਗੀ। ਇਹ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਸਾਡੇ ਨਾਲ ਨਿਭਾ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਇਸ ਪੌੜੀ ਦੀ ਵਿਚਾਰ ਆਰੰਭ ਕੀਤੀ ਜਾਵੇ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਸਾਰੇ ਰਲ ਮਿਲ ਕੇ ਸਤਿਗੁਰੂ ਜੀ ਦੀ ਇਸ ਅਗਾਧ ਬੋਧ ਬਾਣੀ ਨੂੰ ਸਮਝਣ ਦਾ, ਆਪਣੇ ਮਨ ਚਿੱਤ ਵਿੱਚ ਵਸਾਉਣ ਦਾ ਤੇ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਸਾਰੇ ਰਲ ਮਿਲ ਕੇ ਆਪਾਂ ਕਰ ਰਹੇ ਹਾਂ। ਪਿਛਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਸਾਡੇ ਸਾਹਮਣੇ ਅਕਾਲ ਪੁਰਖ ਦੀ ਗੱਲ ਕਰਕੇ ਇੱਕ ਢੰਗ ਦੇ ਨਾਲ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਨ ਦਾ ਯਤਨ ਕੀਤਾ ਸੀ। ਉਹਦਾ ਵੱਡਪਨ ਦੱਸਿਆ ਸੀ ਕਿ ਉਹ ਕਿਸੇ ਸੀਮਾ ਦੇ ਵਿੱਚ ਨਹੀਂ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਭਾਵ ਅਸੀਂ ਉਹਨੂੰ ਗਿਣ ਮਿੱਥ ਨਹੀਂ ਸਕਦੇ, ਮਿਣਿਆ ਨਹੀਂ ਜਾ ਸਕਦਾ, ਮਈਰ ਨਹੀਂ ਕੀਤਾ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ। ਉਹ ਬਹੁਤ ਵੱਡਾ ਹੈ, ਉਹਦੇ ਗੁਣ ਵੀ ਵੱਡੇ ਹਨ। ਤਾਂ ਉਹ ਸਾਨੂੰ ਸਤਿਗੁਰਾਂ ਨੇ ਉਹਦੇ ਨਾਲ ਜੋੜਿਆ ਤੇ ਫਿਰ ਸਾਡੇ ਸਾਹਮਣੇ ਉਹਨਾਂ ਨੇ ਦੋ ਨਕਸ਼ੇ ਰੱਖੇ ਕਿ ਇੱਕ ਪਾਸੇ ਤਾਂ ਉਹ ਹਨ ਜੋ ਉਹਦੇ ਗੁਣਾਂ ਦੇ ਨਾਲ ਜੁੜਦੇ ਹਨ, ਗੁਣਾਂ ਨੂੰ ਮਨ ਵਿੱਚ ਵਸਾਉਂਦੇ ਹਨ, ਉਹਦੇ ਗੁਣਾਂ ਨੂੰ ਧਾਰਨ ਕਰਨ ਦਾ ਯਤਨ ਕਰਦੇ ਹਨ, ਅਕਾਲ ਪੁਰਖ ਦੇ ਬਖਸ਼ਿਸ਼ ਦੇ ਨਾਲ, ਗੁਰੂ ਦੇ ਉਪਦੇਸ਼ ਉੱਤੇ ਚੱਲ ਕੇ ਇਹ ਸਾਰੇ ਕੰਮ ਕਰਦੇ ਹਨ। ਤੇ ਦੂਜੇ ਪਾਸੇ ਉਹ ਮਨੁੱਖ ਹਨ ਜੋ ਅਕਾਲ ਪੁਰਖ ਨੂੰ ਆਪਣੇ ਗਿਣ ਮਿੱਥ ਕੇ ਉਹਦਾ ਅੰਦਾਜ਼ਾ ਲਾਉਣ ਲਈ ਤਰ੍ਹਾਂ ਤਰ੍ਹਾਂ ਦੇ ਨਾਲ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੋ ਸਤਿਗੁਰਾਂ ਨੇ ਇਹ ਕਿਹਾ ਕਿ ਉਹ ਬਿਆਨ ਕੀਤਾ ਹੀ ਨਹੀਂ ਜਾ ਸਕਦਾ, ਉਹ ਏਡਾ ਵੱਡਾ ਹੈ, ਏਡਾ ਅਮੁੱਲ ਹੈ। ਤੋ ਸਤਿਗੁਰੂ ਹੁਣ ਅਕਾਲ ਪੁਰਖ ਦੇ ਬਾਰੇ ਹੀ ਸਾਡੇ ਭਰੋਸੇ ਨੂੰ ਹੋਰ ਦ੍ਰਿੜ ਕਰਾਉਣ ਦੇ ਲਈ ਇੱਕ ਹੋਰ ਢੰਗ, ਅਨੋਖਾ ਢੰਗ ਵਰਤ ਰਹੇ ਹਨ। ਉਹਨੂੰ ਸਾਡੇ ਸਾਹਮਣੇ ਇੱਕ ਨਕਸ਼ਾ ਖਿੱਚ ਰਹੇ ਹਨ ਕਿ ਜਿਵੇਂ ਕਿਸੇ ਬੰਦੇ ਦਾ ਵੱਡਪਨ ਦਰਸਾਉਣਾ ਹੋਵੇ ਤੇ ਸਤਿਗੁਰਾਂ ਨੇ ਇਹ ਢੰਗ ਵਰਤਿਆ ਹੈ ਕਿ ਜਿਵੇਂ ਉਸ ਦਾ ਦਰਬਾਰ ਲੱਗਾ ਹੋਇਆ ਹੈ। ਇੱਕ ਚਿੱਤਰ ਸਾਡੇ ਸਾਹਮਣੇ ਸਤਿਗੁਰਾਂ ਨੇ ਖਿੱਚਿਆ ਹੈ ਤਾਂ ਕਿ ਉਹਨਾਂ ਦਾ ਜਿਹੜਾ ਮੁੱਖ ਉਪਦੇਸ਼ ਹੈ, ਅਕਾਲ ਪੁਰਖ ਦੇ ਵਿੱਚ ਸਾਡਾ ਭਰੋਸਾ ਹੋਵੇ, ਭਰੋਸਾ ਦ੍ਰਿੜ ਹੋਵੇ, ਸਾਡਾ ਉਹਦੇ ਨਾਲ ਪ੍ਰੇਮ ਬਣੇ, ਉਹਦਾ ਪ੍ਰੇਮ ਸਾਡੇ ਮਨ ਦੇ ਵਿੱਚ ਵਸੇ। ਤੋ ਇਸ ਗੱਲ ਨੂੰ ਉਹਨਾਂ ਨੇ ਇੱਕ ਹੋਰ ਤਰੀਕੇ ਦੇ ਨਾਲ ਸਾਨੂੰ ਦ੍ਰਿੜ ਕਰਾਉਣ ਦਾ ਯਤਨ ਕੀਤਾ ਹੈ। ਮੰਤਵ ਉਹੀ ਹੈ ਕਿ ਅਕਾਲ ਪੁਰਖ ਹੀ ਸਾਡੀ ਭਗਤੀ ਦਾ, ਸਾਧਨਾ ਦਾ, ਪ੍ਰੇਮ ਦਾ, ਸ਼ਰਧੇ ਦਾ, ਸ਼ਰਧਾ ਦਾ, ਭਰੋਸੇ ਦਾ ਕੇਂਦਰ ਹੋਵੇ। ਗੁਰੂ ਨਾਨਕ ਦੇ ਸਿੱਖ ਦੀ ਨਜ਼ਰ ਵਿੱਚ ਹੋਰ ਕੋਈ ਵੀ ਹਸਤੀ ਮਾਇਨੇ ਨਾ ਰੱਖੇ। ਉਹਦੀ ਸਰਬ ਉੱਚਤਾ ਕੀ, ਇਹ ਕਹੀਏ ਕਿ ਹੀ ਇਜ਼ ਦਾ ਓਨਲੀ ਵਨ। ਬਸ ਸਾਡੇ ਦਿਮਾਗ ਦੇ ਵਿੱਚ ਇਹੀ ਭਰੋਸਾ ਬੈਠ ਜਾਏ ਕਿ ਬਾਕੀ ਸਾਨੂੰ ਕੁਝ ਵੀ ਦੱਸਿਆ ਜਾਵੇ ਤੇ ਸਾਨੂੰ ਪਤਾ ਹੋਵੇ ਕਿ ਨਹੀਂ, ਸਾਡਾ ਜਿਹੜਾ ਇਸ਼ਟ ਕੀ ਹੈ, ਸਾਡਾ ਧਿਆਨ ਦਾ ਕੇਂਦਰ ਕੀ ਹੈ, ਸਾਡਾ ਪ੍ਰੇਮ ਦਾ ਕੇਂਦਰ ਕੀ ਹੈ, ਸ਼ਰਧਾ ਦਾ ਕੇਂਦਰ ਕੀ ਹੈ।
तो हुण सतगुरु इस ढंग दे नाल सानू अपना उपदेश जो है जिहड़ी सिक्ख्या दे रहे हैं वो दृढ़ करवा रहे हैं। आओ इस पौड़ी दी विचार शुरू करन तो पहले इस पौड़ी दा एक वेरा आपां पाठ कर लईए। सो दर तेरा सो दर केहा सो घर केहा जित बह सर्ब संभाले वाजे नाद अनेक असंखा केते वावण हारे केते राग परि स्यों कईयन केते गावण हारे गावै ईश्वर ब्रह्मा देवी सोहन सदा सवारे गावै इंद्रासन बैठे देवतियां दर नाले गावै सिद्ध समाधि अंदर गावन साध विचारे गावन जति सती संतोखी गावै वीर करारे गावन पंडित पढ़न रखी सर जुग जुग वेदां नाले गावै मोहनिया मन मोहन सुरगा मछ पयाले गावन रतन पाए तेरे अठ सठ तीरथ नाले गावै जोध महाबल सूरा गावै खानी चारे गावै खंड मंडल वर भंडा कर कर रखे धारे सेई तुधनो गावै जो तुध भावन रते तेरे भगत रसाले होर किते गावन से मैं चित न आवन नानक क्या विचारे सोई सोई सदा सच साहिब साचा साची नाई है भी होसी जाए न जासी रचना जिन रचाई रंगी रंगी भांति कर कर जिनसी माया जिन उपाई कर कर वेखै कीता अपना जिव तिस दी वडियाई जो तिस भावै सोई करसी हुक्म ना करना जाई सो पातशाह साह पात साहिब नानक रहन रजाई। वाहिगुरु जी सो दर केहा सो घर केहा जित बह सर्ब संभाले। केहा ਦਾ ਭਾਵ ਹੈ ਕਿਹੋ ਜਿਹਾ। ਇੱਥੇ ਸਤਿਗੁਰਾਂ ਨੇ ਜੋ ਸ਼ਬਦ ਵਰਤਿਆ ਹੈ ਕਿਹਾ, ਇਸ ਦਾ ਅਰਥ ਹੈ ਕਿਹੋ ਜਿਹਾ ਹੈ, ਕਿੱਡਾ ਅਸਚਰਜ ਹੈ। ਜੇ ਸਾਡੇ ਨਜ਼ਰੀਏ ਨਾਲ ਦੇਖੀਏ ਤਾਂ ਕਿੱਡਾ ਕੁ ਵੱਡਾ ਹੈ, ਕਿੱਡਾ ਹੈਰਾਨਕੁਨ ਹੈ, ਕਿੱਡਾ ਅਸਚਰਜ ਹੈ। ਤੇਰਾ ਦਰਵਾਜ਼ਾ ਤੇਰਾ ਘਰ ਸੋ ਦਰ ਕਿਹਾ ਸੋ ਘਰ ਕਿਹਾ। ਤੇਰਾ ਉਹ ਦਰ ਘਰ ਕਿਹੋ ਜਿਹਾ ਹੈ। हे ਵਾਹਿਗੁਰੂ ਬੜਾ ਅਸਚਰਜ ਹੈ, ਬੜਾ ਵੱਡਾ ਹੈ। ਜਿਤ ਬਹਿ ਸਰਬ ਸੰਭਾਲੇ। ਇਹ ਨਿਰੰਕਾਰ ਜਿੱਥੇ ਬਹਿ ਕੇ ਤੂੰ ਸਾਰੇ ਜੀਵਾਂ ਦੀ ਸਰਬ ਭਾਵ ਸਾਰੇ ਜੀਵਾਂ ਦੀ ਜਿੱਤ ਬਹਿ ਜਿੱਥੇ ਬਹਿ ਕੇ ਸੰਭਾਲੇ ਭਾਵ ਸੰਭਾਲ ਕਰ ਰਿਹਾ ਹੈ। हे ਵਾਹਿਗੁਰੂ हे ਅਕਾਲ ਪੁਰਖ ਤੇਰਾ कैसा दर है, कैसा घर है, कैसा ठिकाना है जिथे बह के तू सारे की संभाल कर रहा है। कमाल है। वो दर ते घर तो बड़ा वड्डा होएगा, बड़ा महान होएगा, उसकी शान ही पता नहीं कैसी होएगी। उन्हें सतगुरां ने एक ढंग वरतिया है साडे मन दे विच एक चित्र बिठाउण दा, क्योंकि वो सानू कुछ गल समझाउणा चाहते हैं। इहदा अर्थ ये नहीं कि आपां ये सोचण लग जाइए कि वो अकाल पुरख का पता नहीं किड्डा शानो शौकत वाला हीरियां जवाहरां नाल जड़िया होया कोई बैकुंठ है या इंद्रपुरी वर्गा शिवपुरी वर्गा या होर कोई हैवन है या जन्नत है या इस किस्म की कोई जगह फिजिकल है। किते ये भुलेखा साडे मन च नहीं बैठना चाहिए, क्योंकि अकाल पुरख का घर तो ये जगत ही है, उसकी कुदरत ही है।
ਇਸ ਵਿੱਚ ਵਸ ਰਹੇ ਜੀਵਾਂ ਦਾ ਹਿਰਦਾ ਹੀ ਉਹਦਾ ਘਰ ਹੈ। ਤੋ ਇਹ ਸਿਰਫ ਸਤਿਗੁਰਾਂ ਨੇ ਸਾਨੂੰ ਛੋਟੀ ਸਮਝ ਵਾਲੇ ਦੁਨਿਆਵੀ ਦੁਨੀਆ ਦੇ ਵਿੱਚ ਵਸਣ ਵਾਲੇ ਮਾਇਆ ਵਿੱਚ ਰੰਗੇ ਹੋਏ ਜੀਵਾਂ ਨੂੰ ਸਮਝਾਉਣ ਦਾ ਇੱਕ ਢੰਗ ਹੈ। ਪਰ ਉਹ ਜਿਹੜਾ ਪ੍ਰਿੰਸੀਪਲ ਹੈ ਗੁਰਮਤਿ ਦਾ ਉਹ ਉੱਥੇ ਹੀ ਹੈ। ਉਹਦੇ ਵਿੱਚ ਕੋਈ ਇਹ ਸਤਿਗੁਰੂ ਸਾਨੂੰ ਸਮਝਾਉਣ ਦਾ ਸਿਰਫ ਢੰਗ ਹੀ ਵਰਤ ਰਹੇ ਹਨ ਕਿ ਸਾਨੂੰ ਗੱਲ ਦੀ ਸਮਝ ਲੱਗ ਜਾਵੇ ਕਿ ਇਹ ਅਕਾਲ ਪੁਰਖ ਉਹ ਕੈਸੀ ਜਗ੍ਹਾ ਹੈ, ਉਹ ਕਿਸ ਢੰਗ ਦੇ ਨਾਲ ਕਿੱਥੇ ਬੈਠਾ ਹੈ, ਤੇਰਾ ਦਰ ਕੈਸਾ ਹੈ, ਘਰ ਕੈਸਾ ਹੈ, ਭਾਵ ਤੇਰੀ ਕਿਆ ਅਦੁੱਤੀ ਸ਼ਾਨ ਹੋਵੇਗੀ ਜੇ ਕੋਈ ਐਸੀ ਜਗ੍ਹਾ ਨੂੰ ਅਸੀਂ ਇਮੇਜਿਨ ਕਰੀਏ ਕਿ ਜਿੱਥੇ ਬੈਠ ਕੇ ਤੂੰ ਸਾਰੇ ਜਗਤ ਦੀ, ਸਾਰੇ ਜੀਵਾਂ ਦੀ ਸੰਭਾਲ ਕਰੀ ਜਾ ਰਿਹਾ। ਫਿਰ ਅੱਗੇ ਹੋਰ ਸਾਨੂੰ ਸਪਸ਼ਟ ਕਰਦੇ ਹਨ, ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਉਣ ਹਾਰੇ। ਹੁਣ ਇਹਦਾ ਦਰ ਘਰ ਤੇ ਸਤਿਗੁਰੂ ਦਾ, ਅਕਾਲ ਪੁਰਖ ਦਾ ਇਹ ਕੁਦਰਤ ਹੀ ਹੈ। ਇਸ ਕੁਦਰਤ ਦੇ ਵਿੱਚ ਹੀ ਅਣਗਿਣਤ ਵਾਜੇ ਨਾਦ, ਨਾਦ ਭਾਵ ਅਨੇਕਾਂ ਕਿਸਮ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ। ਕਦੀ ਸਵੇਰ ਵੇਲੇ ਕਿਸੇ ਬਾਗ ਵਿੱਚ, ਜੰਗਲ ਵਿੱਚ ਸੈਰ ਕਰਨ ਚਲੇ ਜਾਈਏ ਤੇ ਪੰਛੀਆਂ ਦੀ ਚਹਿਚਹਾਟ, ਜਾਨਵਰਾਂ ਦੀਆਂ ਆਵਾਜ਼ਾਂ ਸਾਡੇ ਮਨ ਉੱਤੇ ਇੱਕ ਅਜੀਬ ਜਿਹਾ ਅਸਰ ਕਰਦੀਆਂ ਹਨ, ਵਿਸਮਾਦ ਦੀ ਅਵਸਥਾ ਵਿੱਚ ਲੈ ਜਾਂਦੀਆਂ ਹਨ ਕਿ ਕਮਾਲ ਹੈ, ਧੰਨ ਹੈ ਤੇਰੀ ਕੁਦਰਤ ਤੇ ਧੰਨ ਤੋਂ ਕੁਦਰਤ ਬਣਾਉਣ ਵਾਲਾ। ਇਹ ਆਵਾਜ਼ਾਂ, ਮਿੱਠੀਆਂ ਆਵਾਜ਼ਾਂ, ਨਾਦ ਦਾ ਭਾਵ ਆਵਾਜ਼ ਹੁੰਦਾ ਹੈ। ਇੱਥੇ ਇਹ ਤਰ੍ਹਾਂ ਤਰ੍ਹਾਂ ਦੇ ਕੁਦਰਤ ਵਿੱਚ ਵੱਜ ਰਹੇ ਰਾਗ, ਸ਼ਬਦ, ਅਕਾਲ ਪੁਰਖ ਦਾ ਨਾਮ ਹੀ ਜਿਵੇਂ ਸਾਰੀ ਦੁਨੀਆ ਜਪ ਰਹੀ ਹੁੰਦੀ ਹੈ। ਵਾਜੇ ਨਾਦ ਅਨੇਕ ਅਸੰਖਾਂ, ਤੋਂ ਇਹ ਜਿੰਨੀਆਂ ਵੀ ਆਵਾਜ਼ਾਂ ਜੋ ਇੰਨੇ ਕੁਦਰਤੀ ਰਾਗ ਪੈਦਾ ਹੋ ਰਹੇ ਹਨ, ਅਸੰਖਾਂ ਦੀ ਗਿਣਤੀ ਵਿੱਚ, ਤੇ ਕਿੰਨੇ ਹੀ ਇਹ ਸਾਰੇ ਰਾਗਾਂ ਨੂੰ ਵਜਾਉਣ ਵਾਲੇ ਹਨ, ਕਿੰਨੇ ਕਿਸਮ ਦੀਆਂ ਮਿੱਠੀਆਂ ਉੱਥੇ ਤੇਰੇ ਦਰ ਦੇ ਉੱਤੇ ਆਵਾਜ਼ਾਂ ਚੱਲ ਰਹੀਆਂ ਹਨ। ਤਾਂ ਸਤਿਗੁਰਾਂ ਨੇ ਕਿਹਾ, ਸੋਚੋ ਵੀ ਉਹਦਾ ਦਰਬਾਰ, ਉਹਦਾ ਦਰ ਕੈਸਾ ਹੈ ਜਿੱਥੇ ਅਨੇਕਾਂ ਕਿਸਮ ਦੀਆਂ ਮਿੱਠੀਆਂ ਸੁੰਦਰ ਆਵਾਜ਼ਾਂ ਇਹ ਸਾਰੀਆਂ ਆ ਰਹੀਆਂ। ਕੇਤੇ ਰਾਗ ਪਰੀ ਸਿਉ ਕਹੀਆਂ। ਪਰੀ ਦਾ ਮਤਲਬ ਹੈ ਰਾਗਣੀਆਂ, ਕਿਉਂਕਿ ਰਾਗ ਤੇ ਰਾਗਣੀਆਂ ਮੰਨੇ ਜਾਂਦੇ ਹਨ। ਤੋ ਰਾਗ ਪਰੀ ਸਿਉ ਭਾਵ ਰਾਗਣੀਆਂ ਸਮੇਤ ਰਾਗ, ਕਈਆਂ ਭਾਵ ਕਹੇ ਜਾ ਰਹੇ ਹਨ, ਗਾਏ ਜਾ ਰਹੇ ਹਨ, ਤੇ ਗਾਵਣ ਹਾਰੇ ਉਹਨਾਂ ਨੂੰ ਗਾਉਣ ਹਾਰੇ, ਗਵਈਏ। ਸਤਿਗੁਰੂ ਕਹਿੰਦੇ ਹਨ, ਇਹ ਸਾਰਾ ਜੋ ਤੇਰਾ ਦਰਬਾਰ ਹੈ, ਜਿੱਥੇ ਤੂੰ ਬੈਠਾ ਹੈ, ਜਗਤ ਦੀ ਸੰਭਾਲ ਕਰ ਰਿਹਾ ਹੈ, ਉੱਥੇ ਕਿੰਨੇ ਅਸੰਖਾ ਰਾਗ ਰਾਗਣੀਆਂ ਸਮੇਤ ਉਹ ਗਾਏ ਜਾ ਰਹੇ ਹਨ, ਅਸੰਖਾ ਹੀ ਉਹਨੂੰ ਗਾਉਣ ਵਾਲੇ ਹਨ, ਉਹਨਾਂ ਦੀ ਗਿਣਤੀ ਹੀ ਕੋਈ ਨਹੀਂ। ਗਾਵੇਂ ਤੁਹਾਨੂੰ ਪੌਣ ਪਾਣੀ ਬਹਿ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇਂ ਤੁਹਾਨੂੰ ਵੀ ਹੇ ਅਕਾਲ ਪੁਰਖ ਤੈਨੂੰ ਗਾ ਰਹੇ ਹਨ। ਕੌਣ? ਪੌਣ ਪਾਣੀ ਬਸੰਤਰ, ਪਵਨ, ਪਾਣੀ ਤੇ ਬਸੰਤਰ ਭਾਵ ਅਗਨੀ, ਇਹ ਤੈਨੂੰ ਗਾ ਰਹੇ ਹਨ। ਤੇ ਗਾਵੇ ਰਾਜਾ ਧਰਮ, ਰਾਜਾ ਧਰਮ ਭਾਵ ਧਰਮ ਰਾਜ ਜਿਹਨੂੰ ਅਸੀਂ ਕਹਿੰਦੇ ਹਾਂ, ਦੁਆਰੇ ਤੇਰੇ ਦਰ ਤੇ ਖੜਾ ਉਹ ਵੀ ਗਾ ਰਿਹਾ ਹੈ। ਹੇ ਵਾਹਿਗੁਰੂ, ਪੌਣ ਪਾਣੀ ਅਗਨੀ ਤੇਰੇ ਦਰ ਤੇ ਖੜੇ ਤੇਰੇ ਗੁਣ ਗਾ ਰਹੇ ਹਨ। ਰਾਜਾ ਧਰਮ, ਧਰਮ ਰਾਜ ਵੀ ਤੇਰੇ ਦਰ ਤੇ ਖੜਾ ਤੇਰੇ ਗੁਣ ਗਾ ਰਿਹਾ ਹੈ। ਗਾਵੇਂ ਦਾ ਭਾਵ ਹੈ ਗੁਣ ਗਾ ਰਿਹਾ ਹੈ, ਸਿਫਤ ਸਲਾਹ ਕਰ ਰਿਹਾ ਹੈ, ਵਡਿਆਈ ਕਰ ਰਿਹਾ ਹੈ। ਹੁਣ ਗੁਣ ਕੌਣ ਗਾਉਂਦਾ ਹੈ? ਛੋਟੇ ਵੱਡਿਆਂ ਦੇ ਗੁਣ ਗਾਉਂਦੇ ਹਨ, ਨੌਕਰ ਆਪਣੇ ਮਾਲਕ ਦੇ ਗੁਣ ਗਾਉਂਦੇ ਹਨ, ਗੁਲਾਮ ਆਪਣੇ ਮਾਲਕ ਦੇ ਗੁਣ ਗਾਉਂਦੇ ਹਨ। ਤੇ ਦਰਵਾਜ਼ੇ ਤੇ ਖੜਾ ਹੋ ਕੇ ਕੌਣ ਗੁਣ ਗਾਉਂਦਾ ਹੈ? ਦਰਵਾਜ਼ੇ ਤੇ ਸਵਾਲੀ ਗੁਣ ਗਾਉਂਦੇ ਹਨ। ਅਸੀਂ ਦੁਨੀਆ ਦੇ ਵਿੱਚ ਅਕਸਰ ਦੇਖਦੇ ਹਾਂ, ਕਿਸੇ ਨਾ ਕਿਸੇ ਢੰਗ ਨਾਲ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਦਰ ਤੇ ਆ ਕੇ ਮੰਗਤੇ ਕਹਿਣ ਲੱਗ ਜਾਂਦੇ ਹਨ, ਤੇਰੀ ਸ਼ਾਨ ਬਣੀ ਰਵੇ, ਤੂੰ ਬੜਾ ਵੱਡਾ ਹੈ, ਸਾਡੀ ਝੋਲੀ 'ਚ ਕੁਛ ਪਾ। ਭੰਡ ਆ ਜਾਂਦੇ ਹਨ, ਕਿਸੇ ਦੇ ਘਰ ਕੋਈ ਖੁਸ਼ੀ ਦਾ ਮੌਕਾ ਹੋਵੇ ਤੇ ਖੁਸਰੇ ਆ ਜਾਂਦੇ ਹਨ, ਉਹ ਉਸਤਤਾਂ ਗਾਣੀਆਂ ਸੋਹਲੇ ਗਾਣੇ ਸ਼ੁਰੂ ਕਰ ਦਿੰਦੇ ਹਨ। ਤੋ ਦਰਵਾਜ਼ੇ ਉੱਤੇ ਕੌਣ ਗਾਉਂਦਾ ਹੈ, ਉਸਤਤ ਦੇ ਗੀਤ ਕੌਣ ਗਾਉਂਦਾ ਹੈ? ਜਿਹੜਾ ਉਸ ਦਰ ਦੇ ਉੱਤੇ ਜਾਚਕ ਹੋਵੇ, ਮੰਗਤਾ ਹੋਵੇ, ਸਵਾਲੀ ਹੋਵੇ।
ਤੇ ਸਤਿਗੁਰੂ ਕਹਿ ਰਹੇ ਹਨ, ਤੇਰੇ ਦਰ ਤੇ ਖੜੇ ਹਨ ਕੌਣ? ਪੌਣ, ਪਾਣੀ ਤੇ ਅਗਨੀ, ਜਿਹੜੇ ਵੱਡੇ ਦੇਵਤੇ ਮੰਨੇ ਗਏ ਹਨ। ਤੇ ਰਾਜਾ ਧਰਮ, ਜਿਹਨੂੰ ਨਿਆਂ ਕਰਨ ਵਾਲਾ ਦੱਸਿਆ ਗਿਆ ਹੈ, ਕਿ ਜਿਹੜਾ ਬੈਠ ਕੇ ਨਿਆਂ ਕਰਦਾ ਹੈ ਕਿ ਜੀਵ ਨੇ ਆਪਣੇ ਜੀਵਨ ਦੇ ਵਿੱਚ ਕੀ ਕਰਮ ਕੀਤੇ ਹਨ ਔਰ ਇਹਨੂੰ ਇਨਾਮ ਮਿਲਣਾ ਚਾਹੀਦਾ ਹੈ ਜਾਂ ਸਜ਼ਾ ਮਿਲਣੀ ਚਾਹੀਦੀ ਹੈ, ਇਹਨੂੰ ਕੀ ਮਿਲਣਾ ਚਾਹੀਦਾ ਹੈ। ਉਹ ਅਕਾਲ ਪੁਰਖ ਦੀਆਂ ਦਾਤਾਂ ਵੰਡਣ ਦਾ ਅਧਿਕਾਰ ਧਰਮ ਰਾਜ ਨੂੰ ਦੇ ਦਿੱਤਾ ਗਿਆ ਕਿ ਇਹ ਫੈਸਲਾ ਕਰੇਗਾ ਕਿ ਜੀਵਨ ਭਰ ਦੇ ਵਿੱਚ ਕਿਸੇ ਵਿਅਕਤੀ ਨੇ ਕੀ ਖੱਟਿਆ, ਕੀ ਕਮਾਇਆ, ਤੇ ਉਹਦਾ ਇਨਾਮ ਜਾਂ ਸਜ਼ਾ ਰਾਜਾ ਧਰਮ ਨੇ ਦੇਣੀ ਹੈ। ਤਾਂ ਸਤਿਗੁਰੂ ਨੇ ਕਿਹਾ ਇਹ ਸਾਰੇ ਵੀ ਉਹਦੇ ਦਰ ਦੇ ਉੱਤੇ ਜਾਚਕ ਹਨ, ਉਹਦੇ ਮੰਗਤੇ ਹਨ, ਉਹਦੇ ਦਰ ਤੇ ਖੜੇ ਉਹਦੇ ਗੁਣ ਗਾ ਰਹੇ ਹਨ, ਉਹਦੇ ਦਰ ਤੇ ਸਵਾਲੀ ਖੜੇ ਹਨ। ਜੋ ਲੋਕ ਵੱਡੇ ਮੰਨੇ ਜਾਂਦੇ ਹਨ, ਉਹ ਸਤਿਗੁਰੂ ਸਾਨੂੰ ਸਮਝਾ ਰਹੇ ਹਨ ਕਿ ਅਕਾਲ ਪੁਰਖ ਦੇ ਸਾਹਮਣੇ ਉਹਨਾਂ ਦਾ ਕੀ ਸਟੇਟਸ ਹੈ। ਗਾਵੈ ਚਿਤ ਗੁਪਤ ਲਿਖ ਜਾਣਾ, ਲਿਖ ਲਿਖ ਧਰਮ ਵਿਚਾਰੇ। ਉਹਨੇ ਰਾਜਾ ਧਰਮ ਜੀ ਦੀ ਅੱਗੇ ਗੱਲ ਕੀਤੀ ਹੈ ਸਤਿਗੁਰੂ ਜੀ ਨੇ, ਉਹਨੇ ਵਿਚਾਰ ਕਰਨੀ ਹੁੰਦੀ ਹੈ ਕਿ ਜੀਵ ਨੇ ਕਰਮ ਕਿਹੋ ਜਿਹੇ ਕੀਤੇ ਹਨ, ਤੇ ਇਹ ਉਹਦੇ ਸਾਹਮਣੇ ਇਹ ਕਿਹਾ ਜਾਂਦਾ ਹੈ ਕਿ ਕਰਮਾਂ ਦਾ ਹਿਸਾਬ ਲਿਖਿਆ ਜਾਂਦਾ ਹੈ। ਉਹ ਰੱਖਿਆ ਜਾਂਦਾ ਹੈ ਜਿਹੜਾ ਚਿਤਤ ਤੇ ਗੁਪਤ ਨੇ। ਇਹ ਦੋ ਹਸਤੀਆਂ ਮੰਨੀਆਂ ਗਈਆਂ ਜਿਹੜੇ ਜੀਵ ਦੇ ਚੰਗੇ ਤੇ ਮਾੜੇ ਕਰਮਾਂ ਦਾ ਹਿਸਾਬ ਹਰ ਵਕਤ ਇਹਨਾਂ ਦੀ ਕਲਮ ਚੱਲਦੀ ਹੈ ਤੇ ਲਿਖਦੇ ਜਾਂਦੇ ਹਨ। ਸਤਿਗੁਰੂ ਕਹਿੰਦੇ ਹਨ ਕਿ ਉਹ ਚਿੱਤਰ ਗੁਪਤ ਜਿਹੜੇ ਚੰਗੇ ਤੇ ਮੰਦੇ ਕਰਮਾਂ ਦਾ ਹਿਸਾਬ ਲਿਖਦੇ ਹਨ, ਤੇ ਜੋ ਉਹਨਾਂ ਨੇ ਲਿਖਿਆ ਹੈ, ਲਿਖ ਲਿਖ ਕੇ ਰੱਖਿਆ ਹੈ, ਉਹੀ ਸਾਰਾ ਧਰਮ ਵਿਚਾਰਦਾ ਹੈ। ਤੇ ਇਹੀ ਰਾਜਾ ਧਰਮ ਤੇ ਇਹੀ ਚਿੱਤਰ ਗੁਪਤ ਉਹਦੇ ਦਰ ਦੇ ਉੱਤੇ ਖੜੇ ਉਹਦੇ ਗੁਣ ਗਾ ਰਹੇ। ਗਾਵੇ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸੋਹਣ ਸਦਾ ਸਵਾਰੇ। ਈਸ਼ਰ ਭਾਵ ਸ਼ਿਵ, ਤੇ ਬ੍ਰਹਮਾ ਮੀਨਸ ਬ੍ਰਹਮਾ, ਤੇ ਦੇਵੀ ਦਾ ਅਰਥ ਹੈ ਦੇਵੀਆਂ। ਸੋਹਣ ਭਾਵ ਸੁੰਦਰ ਲੱਗਦੇ ਹਨ, ਸਵਾਰੇ ਹੋਏ ਭਾਵ ਤੇਰੇ ਸਵਾਰੇ ਹੋਏ, ਤੇਰੇ ਬਣਾਏ ਸਵਾਰੇ ਹੋਏ। ਹੇ ਨਿਰੰਕਾਰ ਪ੍ਰਭੂ, ਤੇਰੇ ਦਰ ਦੇ ਉੱਤੇ ਸ਼ਿਵ, ਬ੍ਰਹਮਾ, ਦੇਵੀਆਂ, ਇਹ ਸਾਰੇ ਜੋ ਤੂੰ ਹੀ ਬਣਾਏ ਹਨ, ਤੇਰੇ ਹੀ ਸਵਾਰੇ ਹੋਏ ਹਨ, ਬੜੇ ਸੁੰਦਰ ਲੱਗਦੇ ਹਨ ਤੇਰੇ ਸਵਾਰੇ ਹੋਏ। ਇਹ ਵੀ ਤੇਰੇ ਦਰ ਤੇ ਖੜੇ ਤੇਰੇ ਗੁਣ ਗਾ ਰਹੇ ਹਨ, ਤੇਰੇ ਸਵਾਲੀ ਹਨ। ਗਾਵੇਂ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰ ਨਾਲ। ਇੰਦ ਭਾਵ ਇੰਦਰ, ਤੇ ਇੰਦਰਾਸਨ ਦਾ ਭਾਵ ਉਹ ਤਖਤ, ਉਹ ਦਰਬਾਰ ਜਿੱਥੇ ਇੰਦਰ ਬੈਠਦਾ ਹੈ, ਇੰਦਰ ਦਾ ਆਸਨ। ਦੇਵਤਿਆਂ ਦਰ ਨਾਲੇ, ਦੇਵਤਿਆਂ ਦੇ ਨਾਲ, ਆਪਣੇ ਸਾਰੇ ਦੇਵਤਿਆਂ ਦੇ ਨਾਲ, ਕਿਉਂਕਿ ਇੰਦਰ ਦੇਵਤਿਆਂ ਦਾ ਰਾਜਾ ਹੈ ਨਾ ਜੀ। ਜਿੱਥੇ ਰਾਜਾ ਜਾਏਗਾ ਉਹਦੇ ਨਾਲ ਜਿਹੜੇ ਉਹਦੇ ਅਧੀਨ ਦੇਵਤੇ ਨੇ ਉਹ ਵੀ ਤਾਂ ਨਾਲ ਹੀ ਹੋਣਗੇ। ਤਾਂ ਸਤਿਗੁਰੂ ਕਹਿੰਦੇ ਹਨ ਕਿ ਆਪਣੇ ਇੰਦਰਾਸਨ ਤੇ ਬੈਠਾ ਇੰਦਰ, ਇੱਕ ਇੰਦਰ ਨਹੀਂ ਕਈ ਇੰਦਰ ਬੈਠੇ, ਇਹ ਪਲੂਰਲ ਵਿੱਚ ਵਰਤਿਆ ਹੈ ਸਤਿਗੁਰਾਂ ਨੇ। ਤੇ ਨਾਲ ਉਹਦੇ ਜਿਹੜੇ ਹੇਠ ਦੇਵਤੇ ਨੇ ਉਹ ਵੀ ਸਾਰੇ ਦੇਵਤੇ ਉਹਦੇ ਨਾਲ ਜਾ ਕੇ ਤੇਰੇ ਦਰ ਦੇ ਉੱਤੇ ਤੇਰੇ ਗੁਣ ਗਾ ਰਹੇ। ਤਾਂ ਸਤਿਗੁਰੂ ਜੀ ਨੇ ਇੱਥੇ ਇੱਕ ਅਜਿਹਾ ਨਕਸ਼ਾ ਖਿੱਚਿਆ ਹੈ ਕਿ ਉਹ ਹਸਤੀਆਂ ਜਿਹੜੀਆਂ ਇਸ ਜਗਤ ਤੋਂ ਉੱਤੇ ਦੀਆਂ ਹਨ, ਅਲੌਕਿਕ ਹਨ, ਉਹ ਸਾਰੀਆਂ ਅਕਾਲ ਪੁਰਖ ਦੇ ਤਾਬੇਦਾਰ ਦਿਖਾਈਆਂ ਹਨ। ਸਤਿਗੁਰਾਂ ਨੇ ਦੱਸਿਆ ਹੈ ਕਿ ਉਹ ਅਕਾਲ ਪੁਰਖ ਦੇ ਅੱਗੇ ਬੜੇ ਨਿਗੂਣੇ ਹਨ, ਜਾਚਕ ਹਨ, ਉਹਦੇ ਦਰ ਦੇ ਮੰਗਤੇ ਹਨ। ਤੇ ਜਦੋਂ ਵੀ ਅਸੀਂ ਅਕਾਲ ਪੁਰਖ ਦੇ ਬਾਰੇ ਮਨ ਵਿੱਚ ਟੁੱਟਣਾ ਸ਼ੁਰੂ ਕਰਦੇ ਹਾਂ ਤਾਂ ਇਹ ਅਲੌਕਿਕ ਹਸਤੀਆਂ ਹੀ ਸਾਡਾ ਸਭ ਤੋਂ ਪਹਿਲਾ ਖਤਰਾ ਹੁੰਦੀਆਂ ਹਨ। ਅਸੀਂ ਕਿਸੇ ਦੇਵੀ ਦੇਵਤੇ ਸੁਪਰ ਨੈਚੁਰਲ ਪਾਵਰਸ ਦੇ ਨਾਲ ਜੁੜ ਕੇ ਉੱਧਰ ਹੀ ਰਹਿ ਜਾਂਦੇ ਹਾਂ, ਤੇ ਰੱਬ ਨਾਲ ਜੁੜਨੋਂ ਰਹਿ ਜਾਂਦੇ ਹਨ, ਨਿਰੰਕਾਰ ਨਾਲ, ਪ੍ਰਭੂ ਨਾਲ ਜੁੜਨੋਂ ਰਹਿ ਜਾਂਦੇ ਹਨ। ਤਾਂ ਸਤਿਗੁਰਾਂ ਨੇ ਸਾਰਿਆਂ ਦਾ ਨਕਸ਼ਾ ਸਾਡੇ ਸਾਹਮਣੇ ਖਿੱਚ ਦਿੱਤਾ ਹੈ ਕਿ ਇਹਨਾਂ ਦੀ ਹਸਤੀ ਕੀ ਹੈ ਅਕਾਲ ਪੁਰਖ ਦੇ ਅੱਗੇ, ਉਹਦੇ ਸਾਹਮਣੇ ਵੀ ਉਹਦੇ ਦਰ ਤੇ ਮੰਗਤੇ ਹਨ, ਨਿਗੁਣੇ ਹਨ ਉਹਦੇ ਸਾਹਮਣੇ, ਉਹਦੇ ਜਾਚਕ ਹਨ। ਇਹਨਾਂ ਪਾਸ ਜੋ ਵੀ ਹੈ ਉਹ ਇੰਨਾ ਕੋਈ ਹੈ ਕਿ ਇਹਨਾਂ ਨੂੰ ਹਰ ਵੇਲੇ ਅਕਾਲ ਪੁਰਖ ਤੋਂ ਮੰਗਣ ਦੀ ਲੋੜ ਪੈਂਦੀ ਹੈ। ਇਹ ਉਹਦੇ ਗੁਣ ਗਾ ਰਹੇ ਹਨ, ਉਸਤਤ ਕਰ ਰਹੇ ਹਨ,
ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰਾਂ ਨੇ ਸਾਨੂੰ ਇੱਕੋ ਹੀ ਗੱਲ ਸਮਝਾਈ ਹੈ ਕਿ ਭਾਈ ਅਕਾਲ ਪੁਰਖ ਦੇ ਸਾਹਮਣੇ ਹੋਰ ਕੋਈ ਅਲੌਕਿਕ ਸ਼ਕਤੀ ਕਿੱਡੀ ਵੀ ਵੱਡੀ ਕਿਉਂ ਨਾ ਕਰਕੇ ਦਿਖਾ ਦਿੱਤੀ ਜਾਵੇ, ਉਹ ਬਿਲਕੁਲ ਨਿਗੂਣੀ ਹੈ। ਹੁਣ ਸਤਿਗੁਰੂ ਅੱਗੇ ਚੱਲਦੇ ਹਨ। ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰ। ਸਿੱਧ ਉਹ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਮਨੋਰਥ ਸਿੱਧ ਕਰ ਲਏ ਹੋਣ, ਸਿੱਧੀਆਂ ਦੇ ਮਾਲਕ ਹੋਣ, ਬਹੁਤ ਉੱਚੇ ਪੁੱਗੇ ਹੋਏ ਮਨੁੱਖ ਹੋਣ। ਸਮਾਧੀ ਅੰਦਰ ਆਮ ਤੌਰ ਤੇ ਇਹ ਸ਼ਬਦ ਜਿਹੜਾ ਹੈ ਉਹ ਯੋਗ ਮਤ ਨਾਲ ਸੰਬੰਧਿਤ ਗਿਣਿਆ ਜਾਂਦਾ ਹੈ। ਆਪਾਂ ਬਾਣੀ ਦੇ ਅਰਥ ਵੀ ਪਹਿਲਾਂ ਕੀਤੇ ਹਨ। ਸਿੱਧ ਗੋਸ਼ਟ ਜਿਹੜੇ ਪੁੱਗੇ ਹੋਏ ਜੋਗੀ ਨੇ, ਉਹਨਾਂ ਨੂੰ ਸਿੱਧ ਕਿਹਾ ਗਿਆ ਹੈ ਕਿ ਉਹਨਾਂ ਨੇ ਸਿੱਧੀਆਂ ਪ੍ਰਾਪਤ ਕਰ ਲਈਆਂ, ਤਰ੍ਹਾਂ ਤਰ੍ਹਾਂ ਦੀਆਂ ਸ਼ਕਤੀਆਂ ਜਿਹੜੀਆਂ ਕਿ ਆਪਾਂ ਇਉਂ ਸਮਝੀਏ ਕਿ ਉਹਨਾਂ ਦੀ ਨਜ਼ਰ ਵਿੱਚ ਜਿਹੜੀ ਐਕਸੀਲੈਂਸ ਉਹਨਾਂ ਨੇ ਅਚੀਵ ਕਰ ਲਈ। ਤੇ ਉਹ ਸਿੱਧਾਂ ਦਾ ਕੰਮ ਕੀ ਹੁੰਦਾ ਹੈ? ਸਮਾਧੀਆਂ ਵਿੱਚ ਜੁੜ ਕੇ ਲੱਗੇ ਰਹਿਣ। ਸਤਿਗੁਰੂ ਕਹਿੰਦੇ ਹਨ ਗਾਵੈ ਸਿੱਧ ਸਮਾਧੀ ਅੰਦਰ। ਉਹ ਸਮਾਧੀਆਂ ਲਾ ਲਾ ਕੇ ਤੇਰੇ ਗੁਣ ਗਾ ਰਹੇ ਨੇ, ਤੇਰੇ ਦਰ ਦੇ ਉੱਤੇ ਜਾਚਨਾ ਕਰ ਰਹੇ ਹਨ, ਤੇਰੇ ਕੋਲੋਂ ਮੰਗ ਰਹੇ ਹਨ। ਗਾਵਨ ਸਾਧ ਵਿਚਾਰੇ। ਜਿਹੜੇ ਸਾਧ ਜਨ ਹਨ ਉਹ ਕੀ ਕਰ ਰਹੇ ਹਨ? ਉਹ ਬੈਠ ਕੇ ਵਿਚਾਰਾਂ ਦੇ ਰਾਹੀਂ ਤੇਰੇ ਗੁਣ ਗਾ ਰਹੇ ਨੇ। ਵਿਚਾਰੇ ਭਾਵ ਵਿਚਾਰ ਕੇ। ਸਿੱਧ ਤਾਂ ਸਮਾਧੀਆਂ ਦੇ ਵਿੱਚ ਰੁੱਝ ਕੇ ਤੇਰੇ ਗੁਣ ਗਾ ਰਹੇ ਹਨ, ਤੇ ਸਾਧ ਬੈਠ ਕੇ ਗੋਸ਼ਟੀਆਂ ਵਿਚਾਰਾਂ ਕਰ ਕਰਕੇ ਆਪਸ ਦੇ ਵਿੱਚ ਗੱਲਾਂ ਕਰਕੇ ਉਸ ਪ੍ਰਭੂ ਦੇ ਰਲ ਮਿਲ ਕੇ ਗੁਣ ਗਾ ਰਹੇ ਹਨ। ਉਹਨਾਂ ਨੂੰ ਸਾਧ ਕਿਹਾ ਹੈ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾ। ਜਤੀ ਉਹ ਹੁੰਦੇ ਹਨ ਜਿਨ੍ਹਾਂ ਨੇ ਜਤ ਧਾਰਨ ਕੀਤਾ ਹੁੰਦਾ, ਜਿਨ੍ਹਾਂ ਦਾ ਕਰੈਕਟਰ ਬਹੁਤ ਉੱਚਾ ਹੁੰਦਾ ਹੈ। ਤੇ ਸਤੀ ਉਹ ਹਨ ਜਿਹੜੇ ਦਾਨੀ ਹੁੰਦੇ ਹਨ। ਤੇ ਸੰਤੋਖੀ ਉਹ ਜਿਹੜੇ ਥੋੜੇ ਦੇ ਵਿੱਚ ਸੰਤੋਖ ਕਰਕੇ ਬਹਿ ਜਾਂਦੇ ਹਨ, ਮਾਇਆ ਦੇ ਵਿੱਚ ਨਹੀਂ ਗਲਤਾਨ ਹੁੰਦੇ। ਤਾਂ ਸਤਿਗੁਰੂ ਕਹਿੰਦੇ ਹਨ ਕਿ ਉਹ ਵੀ ਜਿਹੜੇ ਜਤੀ ਹਨ, ਸਤੀ ਹਨ, ਦਾਨ ਕਰਨ ਵਾਲੇ ਹਨ ਤੇ ਸੰਤੋਖੀ ਹਨ, ਇਹ ਸਾਰੇ ਪੁਰਸ਼ ਵੀ ਤੇਰੇ ਗੁਣ ਗਾ ਰਹੇ ਹਨ। ਗਾਵੈ ਵੀਰ ਕਰਾਰੇ। ਵੀਰ ਕਰਾਰੇ ਦਾ ਮਤਲਬ ਹੈ ਤਕੜੇ ਸੂਰਮੇ, ਕਰਾਰੇ ਸੂਰਮੇ। ਭਾਵ ਜਿਹੜੇ ਬੜੇ ਬੇਅੰਤ ਤਕੜੇ ਸੂਰਮੇ ਵੀ ਹਨ, ਉਹ ਵੀ ਤੇਰੀਆਂ ਵਡਿਆਈਆਂ ਹੀ ਕਰ ਰਹੇ ਹਨ। ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਵੀ ਤੇਰੇ ਗੁਣ ਹੀ ਗਾ ਰਹੇ ਹਨ, ਤੇਰੇ ਦਰ ਤੇ ਹੀ ਖੜੇ ਹਨ। ਜੋ ਕੁਝ ਵੀ ਗੁਣ ਇਹਨਾਂ ਦੇ ਕੋਲ ਹਨ, ਉਹ ਤੇਰੇ ਦਰ ਤੋਂ ਹੀ ਮੰਗ ਰਹੇ ਹਨ ਤੇ ਤੇਰੀ ਉਸਤਤ ਕਰ ਰਹੇ ਹਨ। ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲ। ਪੜਨ ਦਾ ਭਾਵ ਹੈ ਪੜ੍ਹਦੇ ਹਨ। ਪੰਡਿਤ ਵਿਦਵਾਨ ਹੁੰਦੇ ਹਨ, ਬਹੁਤ ਪੜ੍ਹੇ ਲਿਖੇ ਹੁੰਦੇ ਹਨ, ਤੇ ਉਹਨਾਂ ਦਾ ਕੰਮ ਹੁੰਦਾ ਹੈ ਵਿਚਾਰ ਕਰਨੇ ਵੱਡੇ ਵੱਡੇ ਗ੍ਰੰਥਾਂ ਦੀ। ਸਤਿਗੁਰੂ ਕਹਿੰਦੇ ਹਨ ਕਿ ਪੰਡਿਤ ਤੇ ਰਖੀਸਰ ਭਾਵ ਵੱਡੇ ਰਿਖੀ, ਮਹਾਰਿਖੀ ਜਿਹਨੂੰ ਆਪਾਂ ਕਹਿ ਲਈਏ। ਪੰਡਿਤ ਤੇ ਮਹਾਰਿਖੀ ਜਿਹੜੇ ਵੇਦਾਂ ਨੂੰ ਪੜ੍ਹਦੇ ਹਨ, ਉਹ ਵੀ ਤੇਰੇ ਗੁਣ ਗਾ ਰਹੇ ਹਨ। ਜੁਗ ਜੁਗ, ਇੱਥੇ ਜੁਗ ਜੁਗ ਦਾ ਅਰਥ ਹੈ ਹਰ ਯੁੱਗ ਦੇ ਵਿੱਚ। ਹਰ ਯੁੱਗ ਦੇ ਵਿੱਚ ਭਾਵ ਹੈ ਹਮੇਸ਼ਾ ਹੀ, ਸਦਾ ਹੀ। ਵੇਦਾਂ ਨਾਲੇ ਭਾਵ ਵੇਦਾਂ ਦੇ ਨਾਲ। ਤੋ ਇਹ ਜਿਹੜੇ ਵਿਦਵਾਨ ਲੋਕ ਹਨ, ਰਖੀਸਰ ਲੋਕ ਹਨ, ਇਹ ਵੇਦਾਂ ਦਾ ਪਾਠ ਕਰ ਰਹੇ ਹਨ। ਇਹ ਆਪ ਵੀ ਤੇਰੇ ਗੁਣ ਗਾ ਰਹੇ ਹਨ, ਜੁਗਾਂ ਜੁਗਾਂ ਤੋਂ ਗਾ ਰਹੇ ਹਨ, ਸਦਾ ਤੋਂ ਗਾ ਰਹੇ ਹਨ। ਤੇ ਇਹਨਾਂ ਦੇ ਨਾਲ ਵੇਦ ਵੀ ਅਕਾਲ ਪੁਰਖ ਦੇ ਗੁਣ ਗਾ ਰਹੇ ਹਨ, ਉਹ ਤੈਨੂੰ ਗਾ ਰਹੇ ਹਨ। ਕਿਉਂਕਿ ਵੇਦਾਂ ਵਿੱਚ ਉਹਦੇ ਗੁਣ ਗਾਣੇ ਹੀ ਮੰਨੇ ਗਏ ਹਨ ਕਿ ਉਹਦੇ ਵਿੱਚ ਅਕਾਲ ਪੁਰਖ ਦੀ, ਵਾਹਿਗੁਰੂ ਦੀ ਜਾਂ ਈਸ਼ਵਰ ਦੀ ਉਸਤਤ ਹੀ ਕੀਤੀ ਗਈ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਇਹ ਵੀ ਸਾਰੇ ਤੇਰੇ ਦਰ ਦੇ ਮੰਗਤੇ ਹਨ, ਤੇਰੇ ਦਰ ਦੇ ਜਾਚਕ ਹਨ, ਤੇਰੇ ਦਰ ਦੇ ਭਿਖਾਰੀ ਹਨ। ਕੌਣ ਕੌਣ? ਪੰਡਿਤ, ਰਖੀਸਰ, ਤੇ ਨਾਲ ਹੀ ਜਿਹੜੇ ਵੇਦਾਂ ਨੂੰ ਪੜ੍ਹ ਰਹੇ ਹਨ, ਉਹ ਵੀ ਤੇਰੇ ਦਰ ਦੇ ਉੱਤੇ ਗਾ ਰਹੇ ਹਨ। ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਸੁਰਗ ਦਾ ਭਾਵ ਹੈ, ਸੁਰਗਾ ਦਾ ਭਾਵ ਹੈ ਸੁਰਗ ਲੋਕ, ਮੱਛ ਭਾਵ ਮਾਤ ਲੋਕ, ਤੇ ਪਿਆਲੇ ਦਾ ਅਰਥ ਹੈ
ਪਤਾਲ ਲੋਕ, ਭਾਵ ਤਿੰਨਾਂ ਲੋਕਾਂ ਦੇ ਵਿੱਚ ਗਾਵਾਂ ਮੋਹਣੀਆਂ ਸੁੰਦਰ ਇਸਤਰੀਆਂ ਜਿਹੜੀਆਂ ਮਨ ਨੂੰ ਮੋਹ ਲੈਂਦੀਆਂ। ਸੁੰਦਰ ਇਸਤਰੀਆਂ ਜਿਹੜੇ ਤਿੰਨਾਂ ਲੋਕਾਂ ਦੇ ਮਤਲਬ ਭਾਵ ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ਦੇ ਵਿੱਚ ਹਰ ਥਾਂ ਤੇ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਮਨਮੋਹਨ। ਉਹ ਵੀ ਤੇਰੇ ਗੁਣ ਗਾ ਰਹੇ ਹਨ, ਉਹ ਵੀ ਤੇਰੇ ਗੁਣ ਗਾ ਰਹੇ ਨੇ। ਕਿਉਂਕਿ ਇਹ ਨਜ਼ਾਰਾ ਅਸੀਂ ਅਕਸਰ ਦੇਖਦੇ ਹਾਂ, ਜਿੱਥੇ ਵੀ ਇਹਨੂੰ ਅਸੀਂ ਕਿਸੇ ਵੀ ਨਜ਼ਰ ਨਾਲ ਦੇਖ ਲਈਏ, ਪਰ ਫੈਕਟ ਇਹੀ ਹੈ ਕਿ ਜਿੱਥੇ ਵੀ ਕਿਤੇ ਕਿਸੇ ਵਿਅਕਤੀ ਦੀ ਬੜੀ ਕੋਈ ਸਵਾਗਤ ਕਰਨਾ ਹੁੰਦਾ ਹੈ ਜਾਂ ਕੁਝ ਕਰਨਾ ਹੁੰਦਾ ਹੈ, ਚਾਹੇ ਤੁਸੀਂ ਸਵਰਗ ਲੋਕ ਦਾ ਨਕਸ਼ਾ ਦੇਖ ਲਓ ਤੇ ਉੱਥੇ ਅਪਸਰਾ ਨਜ਼ਰ ਆਉਣਗੀਆਂ, ਤੇ ਜੰਨਤ ਦੇਖ ਲਓ ਤੇ ਉੱਥੇ ਹੂਰਾਂ ਪਰੀਆਂ ਦਾ ਚਿੱਤਰਣ ਹੋਏਗਾ। ਤਾਂ ਇਹ ਸਾਡੇ ਪੁਰਾਣੀ ਸਾਈਕੋਲੋਜੀ ਦੇ ਵਿੱਚ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਸੀ। ਤੇ ਸਤਿਗੁਰੂ ਕਹਿੰਦੇ ਹਨ ਕਿ ਉਹ ਭਾਵੇਂ ਕਿੰਨੀਆਂ ਮਹਾਨ ਹੋਣ, ਕਿੰਨੀਆਂ ਸ਼ਕਤੀਵਾਨ ਹੋਣ, ਕਿੰਨੀਆਂ ਸੁੰਦਰ ਹੋਣ, ਉਹਨਾਂ ਦਾ ਰੂਪ ਕਿੰਨਾ ਮਨਮੋਹਣ ਵਾਲਾ ਹੋਵੇ, ਕਿਸੇ ਲੋਕ ਦੇ ਵਿੱਚ ਉਹ ਵੀ ਸਾਰੇ ਅਕਾਲ ਪੁਰਖ ਦੇ ਦਰ ਦੇ ਉੱਤੇ ਉਹਦੇ ਗੁਣ ਗਾ ਰਹੇ ਨੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਰਤਨ 14 ਰਤਨ ਮੰਨੇ ਗਏ ਹਨ, ਜਿਹੜੇ ਦੇਵਤਿਆਂ ਨੇ ਤੇ ਰਾਖਸ਼ਾਂ ਨੇ ਰਲ ਕੇ ਖੀਰ ਸਾਗਰ ਨੂੰ ਮੱਥ ਕੇ ਕੱਢੇ ਸਨ। ਤੇ ਉਹਨਾਂ ਦੀ ਗਿਣਤੀ 14 ਮੰਨੀ ਗਈ ਹੈ, ਜਿਨ੍ਹਾਂ ਦੇ ਵਿੱਚ ਅੰਮ੍ਰਿਤ ਤੇ ਵਿਸ਼ ਤੇ ਹੋਰ ਅਨੇਕਾਂ ਚੀਜ਼ਾਂ, ਕਾਮ ਧੇਨ ਗਊ ਇਤਿਆਦਿਕ ਮੰਨੀਆਂ ਗਈਆਂ ਹਨ। ਸਤਿਗੁਰੂ ਕਹਿੰਦੇ ਹਨ ਤੇਰੇ ਪੈਦਾ ਕੀਤੇ ਹੋਏ ਰਤਨ ਉਪਾਏ ਤੇਰੇ, ਇਹ ਜਿਹੜੇ ਰਤਨ ਤੂੰ ਹੀ ਉਪਾਏ ਹਨ, ਤੇਰੇ ਹੀ ਪੈਦਾ ਕੀਤੇ ਹੋਏ ਹਨ। ਤੇ ਨਾਲ 68 ਭਾਵ 8 ਤੇ 60 68 ਜਿਹੜੇ ਤੀਰਥ ਮੰਨੇ ਗਏ ਹਨ। ਸਤਿਗੁਰੂ ਕਹਿੰਦੇ ਹਨ ਕਿ ਉਹ ਸਾਰੇ ਰਤਨ ਵੀ ਤੇ 68 ਦੇ 68 ਤੀਰਥ ਜਿਹੜੇ ਹਨ ਉਹ ਵੀ ਉਹਨਾਂ ਦੇ ਨਾਲ ਹੀ, ਇਹ ਸਾਰੇ ਰਲ ਕੇ ਤੇਰੇ ਗੁਣ ਗਾ ਰਹੇ ਹਨ, ਤੇਰੇ ਦਰ ਤੇ ਖੜੇ ਹਨ, ਤੇਰੇ ਗੁਣ ਗਾ ਰਹੇ ਹਨ, ਤੇਰੇ ਸਵਾਲੀ ਹਨ, ਤੇਰੇ ਜਾਚਕ ਹਨ। ਗਾਵੇਂ ਜੋਧ ਮਹਾਬਲ ਸੂਰਾ, ਗਾਵੇਂ ਖਾਣੀ ਚਾਲ। ਜੋਧ ਭਾਵ ਜੋਧੇ, ਤੇ ਮਹਾਬਲ ਭਾਵ ਮਹਾਬਲੀ, ਵੱਡੇ ਬਲ ਵਾਲੇ। ਸੂਰੇ ਭਾਵ ਸੂਰਮੇ। ਤੋ ਜੋਧੇ, ਸੂਰਮੇ, ਮਹਾਬਲੀ, ਇਹ ਸਾਰੇ ਤੇਰੇ ਦਰ ਦੇ ਉੱਤੇ ਤੇਰੇ ਗੁਣ ਗਾ ਰਹੇ ਹਨ। ਗਾਵੇਂ ਖਾਣੀ ਚਾਰੇ, 4 ਖਾਣੀਆਂ ਮੰਨੀਆਂ ਗਈਆਂ ਹਨ। ਤੋ ਅੰਡਜ, ਜੇਰਜ, ਸੇਤਜ ਤੇ ਉਤਪੁਜ, ਭਾਵ ਉਹ ਜਿਹੜੇ ਅੰਡੇ ਤੋਂ, ਝਿੱਲੀ ਤੋਂ, ਮੁੜਕੇ ਤੋਂ ਜਾਂ ਜ਼ਮੀਨ ਦੇ ਵਿੱਚ ਉੱਗ ਕੇ ਪੈਦਾ ਹੁੰਦੇ ਹਨ ਜਿਹੜੇ ਜੀਵ, ਇਹਨਾਂ 4 ਕੈਟੇਗਰੀਜ਼ ਦੇ ਵਿੱਚ ਇਹ ਵੰਡੇ ਗਏ। ਹੁਣ ਇਹ ਪਹਿਲਾਂ 4 ਕੈਟੇਗਰੀਜ਼ ਜੀਵਾਂ ਦੀਆਂ ਮੰਨੀਆਂ ਜਾਂਦੀਆਂ ਸਨ ਪੁਰਾਤਨ ਗਿਆਨ ਦੇ ਮੁਤਾਬਕ, ਜੋ ਸਤਿਗੁਰਾਂ ਦੇ ਸਮੇਂ ਦੇ ਉੱਤੇ ਪ੍ਰਚਲਿਤ ਸੀ। ਤਾਂ ਖਾਣੀ, ਜਦੋਂ ਸਤਿਗੁਰਾਂ ਨੇ 4 ਖਾਣੀਆਂ ਦਾ ਜ਼ਿਕਰ ਕਰ ਦਿੱਤਾ, ਤਾਂ ਅਸਲ ਵਿੱਚ ਉਹ ਸਾਨੂੰ ਇਹ ਕਹਿਣਾ ਚਾਹੁੰਦੇ ਹਨ ਉਹ ਕੋਈ 4 ਖਾਣੀਆਂ ਦੇ ਕਨਸੈਪਟ ਦੇ ਉੱਤੇ ਕੋਈ ਮੋਹਰ ਨਹੀਂ ਲਗਾ ਰਹੇ। ਉਹਨਾਂ ਨੇ ਇੱਕ ਮੁਹਾਵਰਾ ਵਰਤਿਆ ਹੈ ਜਿਹੜਾ ਉਦੋਂ ਪ੍ਰਚਲਿਤ ਸੀ, ਔਰ ਇਹਦਾ ਅਰਥ 4 ਖਾਣੀਆਂ ਕਹਿਣ ਤੋਂ ਅਰਥ ਹੈ ਕਿ ਸਮੁੱਚੀ ਰਚਨਾ, ਸਮੁੱਚੀ ਕਾਇਨਾਤ ਜੋ ਹੈ, ਜਿੰਨੇ ਇਹਦੇ ਵਿੱਚ ਜੀਵਿਤ ਜੀਵ ਹਨ, ਉਹ ਸਾਰੇ ਤੈਨੂੰ ਗਾ ਰਹੇ ਹਨ। ਨਾਲ ਕੌਣ ਗਾ ਰਹੇ ਹਨ? ਵੱਡੇ ਯੋਧੇ, ਮਹਾਬਲੀ ਤੇ ਸੂਰਮੇ। ਔਰ ਇੱਥੇ ਤੱਕ ਪਹੁੰਚ ਕੇ ਆਪਾਂ ਦੇਖ ਰਹੇ ਹਾਂ ਕਿ ਪਹਿਲਾਂ ਸਤਿਗੁਰਾਂ ਨੇ ਜਿਨ੍ਹਾਂ ਸ਼ਕਤੀਆਂ ਦਾ ਜ਼ਿਕਰ ਕੀਤਾ ਸੀ ਉਹ ਅਲੌਕਿਕ ਸ਼ਕਤੀਆਂ ਸਨ ਸਾਰੀਆਂ, ਇਸ ਲੋਕ ਤੋਂ ਬਾਹਰ ਦੀਆਂ, ਭਾਵ ਜਿਨ੍ਹਾਂ ਦੇ ਕੋਲ ਅਲੌਕਿਕ ਸ਼ਕਤੀਆਂ ਹੋਣ, ਦੇਵੀ ਦੇਵਤਿਆਂ ਦੀ, ਤੇ ਉਹਨਾਂ ਦਾ ਜ਼ਿਕਰ ਕੀਤਾ ਸੀ। ਹੁਣ ਸਤਿਗੁਰੂ ਨੇ ਇਹ ਸਾਰੇ ਜਿਹੜੇ ਜ਼ਿਕਰ ਕੀਤੇ ਹਨ, ਚਾਹੇ ਉਹ ਸਿੱਧ ਨੇ ਜਾਂ ਸਾਧ ਨੇ, ਜਤੀ ਸਤੀ ਸੰਤੋਖੀ, ਵੀਰ ਕਰਾਰੇ, ਪੰਡਤ, ਰਖੀਸਰ, ਮੋਹਣੀਆਂ, ਇਹ ਤੇ ਰਤਨ ਉਪਾਏ ਤੇਰੇ, ਤੇ ਫਿਰ ਜੋਧ ਮਹਾਬਲ ਸੂਰਾ। ਹੁਣ ਸਤਿਗੁਰੂ ਜੀ 2 ਕੈਟੇਗਰੀਜ਼ ਦਾ ਅੱਗੇ ਫਿਰ ਜ਼ਿਕਰ ਕਰ ਰਹੇ ਹਨ ਕਿ ਇਹ ਕਿਹੜੀਆਂ ਕੈਟੇਗਰੀਜ਼ ਹਨ। ਇਹ ਵੀ ਉਹ ਕੈਟੇਗਰੀਜ਼ ਹਨ ਜਿਹੜੀਆਂ ਦੇ ਨਾਲ ਅਸੀਂ ਜੁੜ ਕੇ ਅਕਾਲ ਪੁਰਖ ਨੂੰ ਭੁੱਲ ਜਾਂਦੇ। ਅਸੀਂ ਕਿਸੇ ਵਿਅਕਤੀ ਨੂੰ ਬੜਾ ਵੱਡਾ ਜਤੀ ਸਤੀ ਮੰਨ ਕੇ ਤੇ ਉਹਦੀ ਪੂਜਾ ਸ਼ੁਰੂ ਕਰ ਦਿੰਦੇ ਹਾਂ, ਜਾਂ ਕੋਈ ਵੱਡਾ ਯੋਧਾ ਹੈ ਤੇ ਉਹਨੂੰ ਸ਼ਕਤੀ ਦਾ ਚਿੰਨ੍ਹ ਮੰਨ ਕੇ
ਅਸੀਂ ਉਹਦੀ ਪੂਜਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਆਪਣੇ ਆਲੇ ਦੁਆਲੇ ਇਹ ਸਾਰਾ ਕੁਝ ਵਰਤਦਾ ਦੇਖ ਸਕਦੇ ਹਾਂ। ਇਹ ਦੂਜੇ ਮਤਾਂ ਦੀ ਕੀ ਗੱਲ ਹੈ, ਅਸੀਂ ਆਪਣੇ ਮਤ ਦੇ ਵਿੱਚ ਵੀ ਅੱਜ ਕਿਸੇ ਦੀ ਉਸਤਤ ਕਰਨੀ ਹੋਵੇ ਤੇ ਉਹਨੂੰ ਬ੍ਰਹਮ ਗਿਆਨੀ, ਜਤੀ, ਸਤੀ, ਬ੍ਰਹਮਚਾਰੀ ਤੇ ਪਤਾ ਨਹੀਂ ਕਿਹੜੇ ਕਿਹੜੇ ਲਕਬ ਅਸੀਂ ਉਹਨੂੰ ਦੇ ਕੇ ਤੇ ਉਹਨੂੰ ਬੜਾ ਵੱਡਾ ਦੱਸਣਾ ਸ਼ੁਰੂ ਕਰ ਦਿੰਦੇ ਹਾਂ। ਉਹਦੇ ਨਾਲ ਹੀ ਜੁੜ ਜਾਂਦੇ ਹਾਂ, ਉਹਦੀ ਸੇਵਾ ਹੀ ਸ਼ੁਰੂ ਕਰ ਦਿੰਦੇ ਹਾਂ, ਔਰ ਉਹਦੇ ਨਾਲ ਹੀ ਜੁੜ ਜਾਂਦੇ ਹਾਂ ਤੇ ਸ਼ਾਇਦ ਸਾਨੂੰ ਰੱਬ ਭੁੱਲ ਜਾਂਦਾ ਤੇ ਉਹ ਹੀ ਯਾਦ ਰਹਿ ਜਾਂਦਾ। ਕੋਈ ਬੜੇ ਵੱਡੇ ਵਿਦਵਾਨ ਨਾਲ ਕਦੀ ਜੁੜ ਜਾਂਦੇ ਹਾਂ, ਜਾਂ ਕੋਈ ਅਲੌਕਿਕ ਹਸਤੀਆਂ ਦੇ ਨਾਲ, ਜਿਹੜੀ ਅਲੌਕਿਕ ਜਿਹੜੇ ਇਹ ਸਾਡੀ ਸਮਝ ਤੋਂ ਬਾਹਰ ਦੇ ਵੱਡੀਆਂ ਚੀਜ਼ਾਂ ਨੇ, ਉਹਨਾਂ ਨਾਲ ਜੁੜ ਜਾਂਦੇ ਹਾਂ। ਜਿਵੇਂ ਕਿ ਅਗਲੀ ਪੰਕਤੀ ਸਤਿਗੁਰੂ ਦੱਸ ਰਹੇ ਹਨ ਕਿ ਗਾਵੇਂ ਖੰਡ ਮੰਡਲ ਵਟ ਭੰਡਾ ਕਰ ਕਰ ਰੱਖੇ ਤਾਂ। ਹੁਣ ਖੰਡ ਦਾ ਅਰਥ ਤੇ ਹੁੰਦਾ ਹੈ ਟੋਟਾ, ਖੰਡ ਖੰਡ ਕਰਨਾ ਭਾਵ ਟੋਟੇ ਟੋਟੇ ਕਰਨਾ। ਤਾਂ ਬ੍ਰਹਿਮੰਡ ਦੇ ਇੱਕ ਹਿੱਸੇ ਨੂੰ ਖੰਡ ਕਿਹਾ ਜਾਂਦਾ ਤੇ ਮੰਡਲ ਹੁੰਦਾ ਹੈ ਚੱਕਰ। ਚੱਕਰ ਗਿਣਿਆ ਜਾਂਦਾ ਹੈ ਕਿ ਜਦੋਂ ਬ੍ਰਹਿਮੰਡ ਦਾ ਇੱਕ ਹਿੱਸਾ, ਜਿਹਨੂੰ ਚੱਕਰ ਦੀ ਸ਼ਕਲ ਦੇ ਵਿੱਚ ਇਮੇਜਿਨ ਕੀਤਾ ਜਾਂਦਾ ਹੈ, ਜਿਹਦੇ ਵਿੱਚ ਇੱਕ ਸੂਰਜ ਹੋਵੇ, ਇੱਕ ਚੰਦਰਮਾ ਹੋਵੇ, ਇੱਕ ਧਰਤੀ ਹੋਵੇ, ਤਾਰਾ ਹੋਵੇ, ਇਸ ਕਿਸਮ ਦਾ ਤਸੱਵਰ ਉਹਦੇ ਵਿੱਚ ਕੀਤਾ ਜਾਂਦਾ ਤੇ ਉਹਨੂੰ ਚੱਕਰ ਕਿਹਾ ਜਾਂਦਾ। ਤੇ ਚੱਕਰਾਂ ਦੀ ਪੂਜਾ ਯੋਗ ਮਤ ਦੇ ਵਿੱਚ ਬੜੀ ਕੀਤੀ ਜਾਂਦੀ। ਤੇ ਉਹ ਮੰਡਲ ਅਸੀਂ ਅੱਜ ਇੰਟਰਨੈਟ ਉੱਤੇ ਵੀ ਬੜੇ, ਸਾਡੇ ਧਰਮ ਦੇ ਗੁਰੂ ਨਾਨਕ ਦੇ ਨਾਮ ਲੈਵਾ ਵੀ ਅੱਜ ਮੰਡਲਾ, ਚੱਕਰਾ, ਇਹਨਾਂ ਚੀਜ਼ਾਂ ਦੇ ਚੱਕਰ ਵਿੱਚ ਪਏ ਹੋਏ ਹਨ। ਸਤਿਗੁਰੂ ਕੀ ਕਹਿ ਰਹੇ ਹਨ, ਗਾਵੇਂ ਖੰਡ ਮੰਡਲ ਵਰਭੰਡਾ। ਵਰਭੰਡਾ ਪੰਜਾਬੀ ਰੂਪ ਹੈ ਬ੍ਰਹਮੰਡ ਦਾ। ਸਾਰੀ ਸ੍ਰਿਸ਼ਟੀ ਕਰ ਕਰ ਬਣਾ ਕੇ, ਕਰਕੇ, ਰਚ ਕੇ ਰੱਖੇ ਧਾਰੇ, ਤੇ ਤੇਰੇ ਰੱਖੇ ਹੋਏ ਹਨ, ਤੇਰੇ ਟਿਕਾਏ ਹੋਏ ਹਨ। ਧਾਰੇ ਭਾਵ ਟਿਕਾ ਦਿੱਤੇ ਹਨ ਤੂੰ ਇਸ ਬ੍ਰਹਮੰਡ ਦੇ ਵਿੱਚ। ਇਹ ਸਾਰੇ ਜਿਹੜੇ ਮੰਡਲ ਤੇ ਖੰਡ ਤੇ ਇਹ ਪੂਰੀ ਸ੍ਰਿਸ਼ਟੀ ਤੂੰ ਬਣਾ ਕੇ ਸਾਰੇ ਪਾਸੇ ਆਪੋ ਆਪਣੀ ਜਗ੍ਹਾ ਤੇ ਆਪਣੇ ਹੁਕਮ ਦੇ ਵਿੱਚ, ਆਪਣੇ ਨਿਯਮ ਦੇ ਵਿੱਚ ਤੂੰ ਟਿਕਾ ਕੇ ਰੱਖ ਦਿੱਤੀ ਹੈ। ਤੇ ਇਹ ਸਾਰੇ ਤੇਰੇ ਨਿਯਮ ਦੇ ਵਿੱਚ ਹੀ ਤੁਰ ਰਹੇ ਹਨ, ਨਿਯਮ ਵਿੱਚ ਤੁਰ ਰਹੇ ਹਨ, ਤੇਰੇ ਨਿਯਮ ਨੂੰ, ਤੇਰੇ ਹੁਕਮ ਵਿੱਚ ਚੱਲ ਰਹੇ ਹਨ, ਤੇਰੇ ਗੁਣ ਗਾ ਰਹੇ ਹਨ। ਸਤਿਗੁਰੂ ਕਹਿੰਦੇ ਹਨ ਕਿ ਖੰਡ ਮੰਡਲ ਤੇ ਵਰਭੰਡਾ, ਇਹ ਸਭ ਵੀ ਤੇਰੇ ਹੀ ਗੁਣ ਗਾ ਰਹੇ। ਤੋ ਸਤਿਗੁਰਾਂ ਨੇ ਹੁਣ ਤੱਕ ਸਾਨੂੰ 3 ਕੈਟੇਗਰੀਜ਼ ਦੀ ਗੱਲ ਕਰ ਦਿੱਤੀ। ਇੱਕ ਉਹ ਜਿਹੜੇ ਅਲੌਕਿਕ ਹਨ, ਤਾਂ ਇੱਕ ਇਮੇਜਿਨ ਕਰ ਲਏ ਗਏ ਕਿ ਇਹ ਸ਼ਕਤੀਆਂ ਹਨ, ਦੇਵਤੇ ਹਨ ਕਿਸਮ ਕਿਸਮ ਦੇ। ਫਿਰ ਸਤਿਗੁਰਾਂ ਨੇ ਇਸ ਜਗਤ ਦੇ ਮਹਾਨ ਜਿਹੜੇ ਵਿਅਕਤੀ ਗਿਣੇ ਗਏ ਹਨ, ਉਹਨਾਂ ਦੀ ਗੱਲ ਕਰ ਦਿੱਤੀ। ਉਹਨਾਂ ਦੇ ਗੁਣ ਜਿਹੜੇ, ਜਿਨ੍ਹਾਂ ਦੇ ਵਿੱਚ ਗੁਣ ਹਨ ਕਿਸੇ ਨਾ ਕਿਸੇ ਕਿਸਮ ਦੇ। ਅਸੀਂ ਭਾਵੇਂ ਉਹਨਾਂ ਨੂੰ ਮਹਾਨ ਮੰਨੀਏ ਜਾਂ ਨਾ ਮੰਨੀਏ, ਪਰ ਜਗਤ ਦੀਆਂ ਨਜ਼ਰਾਂ ਵਿੱਚ ਉਹ ਸਾਰੇ ਮਹਾਨ ਹਨ। ਕੋਈ ਵਿਦਵਾਨ ਹੈ, ਕੋਈ ਜਤੀ ਹੈ, ਸਤੀ ਹੈ, ਸਿੱਧ ਹੈ, ਕੋਈ ਸਾਧ ਹੈ, ਜਾਂ ਅਸੀਂ ਗ੍ਰਹਿ ਆਦਿਕ ਜਿਹੜੇ ਖੰਡ ਮੰਡਲ ਵਰਭੰਡਾ ਚੱਕਰ ਮੰਡਲ, ਇਹਨਾਂ ਚੀਜ਼ਾਂ ਦੀ ਜਿਹੜੀ ਲੋਕਾਂ ਦੇ ਵਿੱਚ ਮਨ ਦੇ ਵਿੱਚ ਹੋ ਜਾਂਦਾ ਕਿ ਪਤਾ ਨਹੀਂ ਇਹਨਾਂ ਨੂੰ ਮੰਨਣ ਦੇ ਨਾਲ, ਇਹਨਾਂ ਦੇ ਵਿੱਚ ਯਕੀਨ ਰੱਖਣ ਦੇ ਨਾਲ ਪਤਾ ਨਹੀਂ ਸਾਨੂੰ ਕੀ ਪ੍ਰਾਪਤ ਹੋ ਜਾਏਗਾ, ਪਤਾ ਨਹੀਂ ਸਾਡੇ ਮਨ ਦੀ ਕੀ ਅਵਸਥਾ ਉੱਚੀ ਹੋ ਜਾਵੇਗੀ, ਸਾਡੀਆਂ ਸਮਾਧੀਆਂ ਜੁੜ ਜਾਣਗੀਆਂ। ਤਾਂ ਸਤਿਗੁਰੂ ਕਹਿੰਦੇ ਹਨ ਕਿ ਇਹ ਸਾਰੇ ਜੋ ਹਨ, ਇਹ ਤਿੰਨੇ ਕੈਟੇਗਰੀਜ਼ ਜਿਹੜੀਆਂ ਹਨ, ਇਹ ਅਕਾਲ ਪੁਰਖ ਦੇ ਸਾਹਮਣੇ ਬਿਲਕੁਲ ਨਿਗੂਣੇ ਹਨ, ਮਿੱਟੀ ਵਰਗੇ ਹਨ, ਉਹਦੇ ਦਰ ਦੇ ਭਿਖਾਰੀ ਹਨ। ਇਉਂ ਕਹਿ ਲਈਏ ਕਿ ਜਿਵੇਂ ਘਰਾਂ ਦੇ ਅੱਗੇ ਮੰਗਤੇ ਗਾਉਂਦੇ ਹਨ, ਭੰਡ ਗਾਉਂਦੇ ਹਨ, ਖੁਸਰੇ ਗਾਉਂਦੇ ਹਨ, ਸਵਾਲੀ ਗਾਉਂਦੇ ਹਨ, ਜਾਂ ਉੱਥੇ ਦਰ ਦੇ ਉੱਤੇ ਆ ਕੇ ਝੋਲੀ ਫੈਲਾ ਕੇ ਜਿਹੜੇ ਆਉਂਦੇ ਹਨ, ਉਹਨਾਂ ਤੋਂ ਵੱਧ ਇਹਨਾਂ ਦੀ ਕੋਈ ਹਸਤੀ ਨਹੀਂ। ਇੱਕ ਪਾਸੇ ਅਕਾਲ ਪੁਰਖ ਹੈ ਤੇ ਦੂਜੇ ਪਾਸੇ ਇਹ ਨਿਗੁਣੇ ਹਨ। ਸਤਿਗੁਰੂ ਦਰਅਸਲ ਸਾਨੂੰ ਇਹ ਸਮਝਾਉਣਾ ਚਾਹੁੰਦੇ ਹਨ ਕਿ ਹੇ ਮੇਰੇ ਪਿਆਰੇ ਸਿੱਖਾ, ਕਿਤੇ ਇਹਨਾਂ ਦੇ ਪਿੱਛੇ ਲੱਗ ਕੇ ਅਕਾਲ ਪੁਰਖ ਤੋਂ ਨਾ ਟੁੱਟ ਨਾ ਜਾਈਏ। ਕਿਉਂਕਿ ਸਤਿਗੁਰੂ ਅੰਗਲੀਆਂ ਪੰਕਤੀਆਂ ਦੇ ਵਿੱਚ ਸਾਨੂੰ ਆਪਣਾ ਜੋ ਸਿਧਾਂਤ ਹੈ, ਜੋ ਸਾਨੂੰ ਸਮਝਾਉਣਾ ਚਾਹੁੰਦੇ ਹਨ, ਉਹ ਦੱਸ ਰਹੇ ਹਨ। ਸੇਈ ਤੁਧ ਨੂੰ ਗਾਵੇਂ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਸੇਈ ਭਾਵ ਉਹ ਜੀਵ ਤੁਧ ਨੂੰ ਗਾਵੇਂ, ਤੈਨੂੰ ਗਾ ਰਹੇ ਹਨ, ਉਹੀ ਤੈਨੂੰ ਗਾ ਰਹੇ ਹਨ। ਕੌਣ ਗਾ ਸਕਦਾ ਹੈ ਉਹਨੂੰ? ਜੋ ਤੁਧ ਭਾਵਨ, ਜਿਹੜੇ ਤੈਨੂੰ ਭਾਉਂਦੇ ਹਨ, ਤੈਨੂੰ ਚੰਗੇ ਲੱਗਦੇ ਹਨ। ਰੱਤੇ ਤੇਰੇ,
ਰੱਤੇ ਦਾ ਭਾਵ ਹੈ, ਰੱਤਾ ਵੈਸੇ ਤਾਂ ਲਾਲ ਰੰਗ ਨੂੰ ਕਹਿੰਦੇ ਹਨ, ਪਰ ਇੱਥੇ ਅਰਥ ਹੈ ਰੱਤੇ ਤੇਰੇ, ਤੇਰੇ ਰੰਗ ਦੇ ਵਿੱਚ ਰੱਤੇ ਹੋਏ ਹਨ ਜਿਨ੍ਹਾਂ ਉੱਤੇ ਤੇਰਾ ਰੰਗ ਚੜਿਆ ਹੋਇਆ। ਰੰਗ ਕਿਹੜਾ? ਪ੍ਰੇਮ ਦਾ ਰੰਗ। ਜਿਵੇਂ ਸਤਿਗੁਰੂ ਨੇ ਵੀ ਪੌੜੀ 'ਚ ਕਿਹਾ ਸੀ ਨਾ, ਉਹ ਧੁੱਪ ਹੈ ਨਾਵੇਂ ਕਾ ਰੰਗ। ਨਾਮ ਦੇ ਰੰਗ ਦੀ ਗੱਲ ਜਦੋਂ ਕਰੀਏ ਤਾਂ ਰੰਗ ਤੇ ਉਹਦੇ ਤੇ ਚੜ੍ਹਦਾ ਜਿਹੜਾ ਰੰਗ ਦੇ ਵਿੱਚ ਡੁੱਬ ਜਾਵੇ। ਤੇ ਇੱਥੇ ਕੌਣ ਹਨ? ਭਗਤ, ਜਿਹੜੇ ਤੇਰੇ ਰੰਗ ਵਿੱਚ ਰੰਗੇ ਹੋਏ ਹਨ, ਤੇਰੇ ਪ੍ਰੇਮ ਦੇ ਵਿੱਚ ਡੁੱਬੇ ਹੋਏ ਹਨ, ਤੇਰੇ ਪ੍ਰੇਮ ਦੇ ਵਿੱਚ ਰੱਤੇ ਹੋਏ ਹਨ, ਜਿਨ੍ਹਾਂ ਨੂੰ ਸਤਿਗੁਰਾਂ ਨੇ ਕਿਹਾ ਹੈ ਭਗਤ ਰਸਾਲੇ। ਰਸਾਲੇ ਦਾ ਅਰਥ ਹੈ ਰਸ, ਭਾਵ ਉਹਦਾ ਪ੍ਰੇਮ, ਤੇ ਆਲੇ ਭਾਵ ਰਸ ਦਾ ਘਰ। ਜਿਹੜੇ ਪ੍ਰੇਮ ਦੇ ਘਰ ਬਣ ਗਏ ਹਨ, ਰਸ ਦਾ ਘਰ ਬਣ ਗਏ ਹਨ, ਇਹਨਾਂ ਨੂੰ ਅਸੀਂ ਕਹਿ ਲਈਏ ਰਸੀਏ ਬਣ ਗਏ। ਇਹ ਸਤਿਗੁਰਾਂ ਨੇ ਸਾਡੇ ਸਾਹਮਣੇ ਇੱਕ ਆਪਣਾ ਜੋ ਸਿਧਾਂਤ ਹੈ ਉਹ ਦੱਸਿਆ ਕਿ ਉਸ ਅਕਾਲ ਪੁਰਖ ਨੂੰ ਗਾ, ਪਰ ਗਾਏਗਾ ਤਾਂ ਹੀ ਤੂੰ ਜੇ ਤੂੰ ਉਹਨੂੰ ਚੰਗਾ ਲੱਗੇਗਾ। ਉਹੀ ਗਾਉਂਦਾ ਹੈ ਜੋ ਉਹਨੂੰ ਚੰਗਾ ਲੱਗਦਾ ਹੈ, ਹੋਰ ਕੋਈ ਨਹੀਂ ਗਾ ਸਕਦਾ। ਤੈਨੂੰ ਉਹੀ ਗਾਉਂਦਾ ਹੈ ਜਿਹੜਾ ਤੇਰੇ ਪ੍ਰੇਮ ਵਿੱਚ ਰੰਗਿਆ ਹੋਇਆ। ਮਤਾ ਇਹ ਨਾ ਸਮਝੀ ਕਿ ਮੈਂ ਇਹ ਇੰਨੀ ਵਾਰੀ ਇਸ ਤਰ੍ਹਾਂ ਦੇ ਕੰਮ ਕਰ ਲਏ, ਕੋਈ ਕਰਮ ਕਾਂਡਾਂ 'ਚ ਫਸ ਕੇ ਨਹੀਂ, ਉਹਦੇ ਪ੍ਰੇਮ ਦੇ ਵਿੱਚ ਰੱਤੇ ਜਾਣਾ ਪਏਗਾ, ਹੋਰ ਕੋਈ ਢੰਗ ਨਹੀਂ ਉਹਦੇ ਨਾਲ ਜੁੜਨ ਦਾ, ਉਹਨੂੰ ਗਾਉਣ। ਤੇ ਰਸਾਲੇ ਭਾਵ ਉਹ ਰੰਗ ਦੇ ਵਿੱਚ ਰਸੇ ਹੋਏ, ਜਿਨ੍ਹਾਂ ਦੇ ਅੰਦਰ ਆਨੰਦ ਦਾ, ਵਿਸਮਾਦ ਦਾ, ਪ੍ਰੇਮ ਦਾ ਖਜ਼ਾਨਾ ਬਣ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਟਿਕ ਜਾਂਦਾ ਹੈ। ਐਸੇ ਭਗਤ ਹੀ ਜੋ ਹਨ ਉਹ ਤੈਨੂੰ ਗਾ ਸਕਦੇ। ਹੁਣ ਉਹਨਾਂ ਸਾਰਿਆਂ ਦੇ ਸਾਹਮਣੇ ਸਤਿਗੁਰੂ ਨੇ ਇੱਕ ਨਕਸ਼ਾ ਖਿੱਚ ਦਿੱਤਾ ਅਜਿਹੇ ਭਗਤਾਂ ਦਾ। ਇਹ ਸਾਡੇ ਸਾਹਮਣੇ ਮਿਸਾਲ ਰੱਖ ਦਿੱਤੀ ਕਿ ਵੀ ਇਹ ਤੈਨੂੰ ਗਾ ਹੀ ਹੋ ਸਕਦਾ ਜਿਹੜਾ ਤੈਨੂੰ ਚੰਗਾ ਲੱਗੇ, ਤੇ ਤੈਨੂੰ ਚੰਗਾ ਹੀ ਉਹ ਲੱਗੇਗਾ ਜਿਹੜਾ ਤੇਰੇ ਰੰਗ ਵਿੱਚ ਰੰਗਿਆ ਗਿਆ ਹੈ, ਜਿਹਦੇ ਹਿਰਦੇ ਵਿੱਚ ਉਹਦਾ ਪ੍ਰੇਮ ਜਿਹੜਾ ਹੈ, ਤੇਰਾ ਪ੍ਰੇਮ ਟਿਕ ਗਿਆ ਹੈ ਔਰ ਉਹ ਰਸ ਭਰਪੂਰ ਹੋ ਗਿਆ ਹੈ। ਭਾਵ ਇਹ ਆਦਰਸ਼ ਹੈ ਸਾਡਾ। ਸਤਿਗੁਰੂ ਕਹਿੰਦੇ ਹਨ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਹਾ ਵਿੱਚ। ਹੋਰ ਕੀਤੇ ਭਾਵ ਅਨੇਕਾਂ ਹੋਰ ਜੀਵ ਜਿਹੜੇ ਤੈਨੂੰ ਗਾ ਰਹੇ ਹਨ, ਸੇ ਉਹ ਜਿਹੜੇ ਤੈਨੂੰ ਗਾ ਰਹੇ ਹਨ, ਮੈਂ ਚਿਤ ਨਾ ਆਵਨ, ਹੁਣ ਮੇਰੇ ਚਿੱਤ ਵਿੱਚ ਨਹੀਂ ਆਉਂਦੇ। ਭਾਵ ਮੇਰੀ ਵਿਚਾਰ ਤੋਂ ਪਰੇ ਹਨ, ਉਹ ਕਿੰਨੇ ਕੁ ਹਨ, ਮੇਰੇ ਤੋਂ ਗਿਣੇ ਨਹੀਂ ਜਾ ਸਕਦੇ। ਮੇਰਾ ਚਿੱਤ ਇੰਨਾ ਵੱਡਾ ਨਹੀਂ ਕਿ ਮੈਂ ਸਾਰਿਆਂ ਦੀ ਗਿਣਤੀ ਕਰ ਸਕਾਂ। ਨਾਨਕ, ਇੱਥੇ ਸਤਿਗੁਰੂ ਜੀ ਨਾਨਕ ਆਪਣੇ ਵਾਸਤੇ ਪਰਸਨਲ ਕਪੈਸਿਟੀ 'ਚ ਵਰਤ ਰਹੇ ਹਨ, ਔਂਕੜ ਲੱਗੀ ਹੈ। ਨਾਨਕ ਕਿਆ ਵਿਚਾਰੇ, ਫਿਰ ਨਾਨਕ ਵਿਚਾਰਾ ਕੀ ਵਿਚਾਰ ਕਰੇ। ਪਤਾ ਨਹੀਂ ਕਿੰਨੇ ਤੇਰੇ ਗੁਣ ਗਾ ਰਹੇ ਹਨ, ਕਿੰਨੇ ਤੇਰੇ ਰੰਗ ਵਿੱਚ ਰੰਗੇ ਹੋਏ ਹਨ, ਜਿਨ੍ਹਾਂ ਦੀ ਮੈਂ ਗਿਣਤੀ ਹੀ ਨਹੀਂ ਕਰ ਸਕਦਾ। ਮੈਂ ਇਹ ਕਿਵੇਂ ਬਿਆਨ ਕਰਾਂ, ਕਿਵੇਂ ਦੱਸਾਂ ਕਿ ਉਹ ਕਿੰਨੇ ਕੁ ਹਨ। ਹੁਣ ਸਤਿਗੁਰੂ ਕਹਿੰਦੇ ਹਨ ਕਿ ਇਹ ਤਾਂ ਹੋ ਗਈ ਗੱਲ ਉਹਨਾਂ ਭਗਤਾਂ ਦੀ ਜਿਹੜੇ ਤੇਰੇ ਰੰਗ ਦੇ ਵਿੱਚ ਰੰਗੇ ਹੋਏ, ਤੇ ਰੰਗ ਦੇ ਵਿੱਚ ਰੰਗੇ ਹੋਏ ਹਨ। ਇਹਦੀ ਉਦਾਹਰਨ ਦੇ ਕੇ ਸਾਨੂੰ ਸਤਿਗੁਰਾਂ ਨੇ ਜੋੜਨਾ ਕਿਹਦੇ ਨਾਲ ਹੈ। ਹੁਣ ਬਾਕੀ ਦੀ ਪੌੜੀ ਸਤਿਗੁਰੂ ਸਾਨੂੰ ਉਹ ਸਮਝਾ ਰਹੇ ਹਨ। ਸੋਈ ਸੋਈ ਸਦਾ ਸੱਚ। ਸੱਚ ਦਾ ਅਰਥ ਆਪਾਂ ਕਰ ਚੁੱਕੇ ਹਾਂ। ਉਹ ਜੋ ਸਦਾ ਸਥਿਰ ਰਹਿਣ ਵਾਲਾ ਹੈ, ਅਟਲ ਹੈ, ਜਿਸ ਦੀ ਹਸਤੀ ਹੋਂਦ ਕਦੀ ਖਤਮ ਨਹੀਂ ਹੁੰਦੀ, ਉਹ ਸੱਚ ਹੈ। ਸਾਹਿਬ ਸਾਚਾ, ਸਾਚੀ ਨਾਈ। ਨਾਈ ਦਾ ਅਰਥ ਹੈ ਉਹਦੀ ਵਡਿਆਈ। ਅਕਾਲ ਪੁਰਖ ਸਦਾ ਸਥਿਰ ਹੈ, ਉਹ ਮਾਲਕ ਸੱਚਾ ਹੈ। ਸਾਹਿਬ ਮਾਲਕ ਸੱਚਾ ਹੈ, ਭਾਵ ਉਹ ਸਦਾ ਸਥਿਰ ਹੈ, ਤੇ ਉਸ ਦੀ ਵਡਿਆਈ ਵੀ ਸੱਚੀ ਹੈ, ਭਾਵ ਉਹਦੀ ਵਡਿਆਈ ਵੀ ਅਟਲ ਹੈ। ਉਸ ਅਕਾਲ ਪੁਰਖ ਦੀ ਸਤਿਗੁਰਾਂ ਨੇ ਜਿਵੇਂ ਸਾਨੂੰ ਮੂਲ ਮੰਤਰ ਦੇ ਵਿੱਚ ਸਮਝਾਈ ਸੀ ਉਹਦੀ ਹਸਤੀ ਆ, ਉਸ ਤੋਂ ਬਾਅਦ ਜਪ ਬਾਣੀ ਦੇ ਪਹਿਲੇ ਸ਼ਲੋਕ ਦੇ ਵਿੱਚ ਦੱਸੀ ਸੀ। ਸਤਿਗੁਰੂ ਕਹਿੰਦੇ ਹਨ ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਹੋਸੀ ਭਾਵ ਹੋਵੇਗਾ, ਉਹ ਹੈ ਵੀ, ਉਹ ਮੌਜੂਦ ਵੀ ਹੈ, ਉਹ ਹੋਵੇਗਾ ਵੀ। ਜਾਏ, ਜਾਏ ਭਾਵ ਉਹਨੂੰ ਜਾਇਆ ਨਹੀਂ ਜਾਂਦਾ, ਉਹ ਜੰਮਦਾ ਨਹੀਂ। ਨਾ ਜਾਸੀ, ਜਾਏ ਨਾ ਜਾਸੀ, ਨਾ ਦੋਵਾਂ 'ਚ ਕਾਮਨ ਹੈ।
ਜਾਸੀ ਦਾ ਅਰਥ ਹੈ ਕਿ ਉਹ ਜਾਂਦਾ ਵੀ ਨਹੀਂ, ਭਾਵ ਉਹ ਮਰਦਾ ਵੀ ਨਹੀਂ। ਉਹ ਜੋ ਹੁਣ ਵੀ ਹੈ, ਉਹ ਜੋ ਹਮੇਸ਼ਾ ਹੋਵੇਗਾ, ਉਹ ਜੋ ਨਾ ਜੰਮਦਾ ਹੈ, ਉਹ ਜੋ ਨਾ ਮਰਦਾ ਹੈ। ਰਚਨਾ ਜਿਨ ਰਚਾਈ ਜਿਸ ਅਕਾਲ ਪੁਰਖ ਨੇ, ਜਿਨ ਭਾਵ ਉਹ ਅਕਾਲ ਪੁਰਖ ਜਿਸ ਨੇ ਉਪਾਈ ਭਾਵ ਰਚਨਾ ਕੀਤੀ ਹੈ। ਮਾਇਆ ਜਿਨ ਉਪਾਈ, ਜਿਹੜੀ ਮਾਇਆ ਹੈ, ਮਾਇਆ ਰਚਨਾ ਵਾਸਤੇ ਵਰਤਿਆ ਗਿਆ ਹੈ ਕਿ ਜਿਹੜੀ ਇਹ ਰਚਨਾ ਹੈ, ਇਹਨੂੰ ਮਾਇਆ ਗਿਆ ਹੈ ਜਿਹੜਾ ਤਿੰਨਾਂ ਗੁਣਾਂ ਦੇ ਵਿੱਚ, ਪੰਜ ਤੱਤਾਂ ਦੇ ਵਿੱਚ ਹੈ। ਰੰਗੀ ਰੰਗੀ ਭਾਂਤੀ ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਜਿਸ ਨੇ ਇਹ ਸਾਰੀ ਰਚਨਾ ਪੈਦਾ ਕੀਤੀ ਹੈ। ਉਹ ਹੈ, ਅੱਜ ਵੀ ਹੈ, ਉਹ ਅੱਗੋਂ ਹੋਵੇਗਾ ਵੀ। ਉਹ ਨਾ ਜੰਮਿਆ ਹੈ ਨਾ ਮਰਿਆ ਹੈ, ਔਰ ਉਸੇ ਨੇ ਹੀ ਸਾਰੀ ਰਚਨਾ ਜਿਹੜੀ ਹੈ ਉਹ ਪੈਦਾ ਕੀਤੀ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗੀ ਰੰਗੀ ਦਾ ਅਰਥ ਹੈ ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਂਤੀ ਭਾਂਤ ਭਾਂਤ ਦੀ ਭਾਵ ਬਹੁਤ ਸਾਰੀਆਂ ਕਿਸਮਾਂ ਦੀ। ਕਰ ਕਰ ਪੈਦਾ ਕਰਕੇ, ਕਰਕੇ ਕਰਕੇ ਭਾਵ ਪੈਦਾ ਕਰ ਕਰਕੇ। ਜਿਨਸੀ ਭਾਵ ਅਗੇਨ ਕਈ ਜਿਨਸਾਂ। ਮਾਇਆ ਜਿਨ ਉਪਾਈ, ਮਾਇਆ ਉਹ ਹੈ ਜੋ ਤਿੰਨਾਂ ਗੁਣਾਂ ਦੀ ਮੰਨੀ ਗਈ ਹੈ। ਤਾਂ ਸਤਿਗੁਰਾਂ ਨੇ ਇਹ ਸ਼ਬਦ ਵਰਤਿਆ ਹੈ ਗੁਰਬਾਣੀ ਵਿੱਚ ਬਹੁਤ ਵਾਰੀ। ਅਰਥ ਇਸ ਦਾ ਜਿਹੜਾ ਇਹੀ ਹੈ ਕਿ ਦਿਸਦਾ ਜਗਤ ਹੈ, ਜਿਹੜਾ ਪੰਜ ਤੱਤਾਂ ਨਾਲ, ਫਿਜ਼ੀਕਲ ਐਲੀਮੈਂਟਸ ਦੇ ਨਾਲ ਬਣਿਆ ਹੈ। ਉਹ ਮਾਇਆ ਜਿਨ ਉਪਾਈ, ਉਸ ਅਕਾਲ ਪੁਰਖ ਨੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ, ਭਾਵ ਕਈ ਕਿਸਮਾਂ ਦੀ, ਤਰ੍ਹਾਂ ਤਰ੍ਹਾਂ ਦੇ ਭਾਂਤੀਆਂ ਦੀ, ਕਈ ਜਿਨਸਾਂ ਦੀ, ਇਹ ਸਾਰੀ ਜੋ ਮਾਇਆ ਹੈ, ਰਚਨਾ ਹੈ, ਇਸ ਜਗਤ ਦੀ ਰਚਨਾ ਉਪਾ ਦਿੱਤੀ ਹੈ, ਪੈਦਾ ਕਰ ਦਿੱਤੀ। ਇਹ ਉਸਨੇ ਰਚੀ ਹੈ। ਹੁਣ ਉਹ ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੈ, ਹਮੇਸ਼ਾ ਥਿਰ ਰਹੇਗਾ, ਜਿਸਨੇ ਇਹ ਜਗਤ ਬਣਾਇਆ ਹੈ। ਔਰ ਇੱਕ ਇਨਫਾਈਨਾਈਟ ਵੈਰਾਈਟੀ ਦੇ ਵਿੱਚ ਜਿਹੜਾ ਹੈ ਇਹ ਸਾਰਾ ਜਗਤ, ਇਹ ਰਚਨਾ ਬਣਾ ਦਿੱਤੀ ਹੈ। ਤੇ ਸਤਿਗੁਰੂ ਕਹਿੰਦੇ ਹਨ, ਕਰ ਕਰ ਵੇਖੈ ਕੀਤਾ ਆਪਣਾ। ਹੁਣ ਵੇਖੈ ਦਾ ਮਤਲਬ ਹੈ, ਇੱਕ ਤਾਂ ਵੇਖਣ ਦਾ ਮਤਲਬ ਅੱਖਾਂ ਨਾਲ ਦੇਖਣਾ ਹੈ, ਪਰ ਜਦੋਂ ਅਸੀਂ ਕਿਸੇ ਚੀਜ਼ ਦੀ ਸੰਭਾਲ ਕਰਨੀ ਹੁੰਦੀ ਆ ਉਦੋਂ ਵੀ ਇਹੀ ਲਫ਼ਜ਼ ਵਰਤਦੇ ਹਾਂ। ਇਹਦਾ ਅਰਥ ਹੈ ਕਿ ਕਰ ਕਰ ਵੇਖੈ, ਉਹ ਕਰ ਕਰਕੇ, ਰਚ ਰਚ ਕੇ ਇਹ ਸਾਰੀ ਜਗਤ ਦੀ ਰਚਨਾ ਕਰਕੇ ਉਹਦੀ ਸੰਭਾਲ ਵੀ ਕਰ ਰਿਹਾ ਹੈ। ਆਪਣਾ ਕੀਤਾ ਆਪਣਾ, ਆਪਣੇ ਰਚੇ ਹੋਏ ਜਗਤ ਦੀ ਉਹ ਆਪ ਬਣਾ ਬਣਾ ਕੇ ਸੰਭਾਲ ਕਰ ਰਿਹਾ ਹੈ। ਜਿਵ ਤਿਸ ਦੀ ਵਡਿਆਈ, ਜਿਵੇਂ ਕਿ ਉਸ ਦੀ ਵਡਿਆਈ ਹੈ। ਵਡਿਆਈ ਦਾ ਅਰਥ ਹੈ ਜਿਵੇਂ ਉਹਦੀ ਰਜ਼ਾ ਹੈ, ਜਿਵੇਂ ਉਹਨੂੰ ਭਾਉਂਦਾ ਹੈ, ਜਿਵੇਂ ਉਹਦੀ ਖੁਸ਼ੀ ਹੈ। ਤਾਂ ਉਸਨੇ ਏਡੀ ਵੈਰਾਈਟੀ ਦੇ ਵਿੱਚ ਸਾਰੇ ਜਗਤ ਨੂੰ ਉਪਾਇਆ, ਤੇ ਫਿਰ ਉਪਾ ਕੇ ਪੈਦਾ ਕਰਕੇ ਉਹ ਇਹਦੀ ਸੰਭਾਲ ਵੀ ਕਰ ਰਿਹਾ ਹੈ, ਆਪਣੇ ਕੀਤੇ ਹੋਏ ਦੀ ਸੰਭਾਲ ਵੀ ਕਰ ਰਿਹਾ ਹੈ, ਜਿਵੇਂ ਉਹਨੂੰ ਇਹ ਚੰਗਾ ਲੱਗਦਾ ਹੈ। ਔਰ ਏਡੇ ਵੱਡੇ ਜਗਤ ਦੀ ਸੰਭਾਲ ਕਰ ਰਿਹਾ ਹੈ, ਏਡਾ ਵੱਡਾ ਉਹਨੇ ਸਿਸਟਮ ਬਣਾਇਆ ਹੈ, ਕਿੱਡਾ ਵੱਡਾ ਉਹਦਾ ਜਿਗਰਾ ਹੈ, ਕਿੱਡੀ ਵੱਡੀ ਉਹਦੀ ਵਡਿਆਈ ਹੈ, ਕਿੱਡੀ ਵੱਡੀ ਉਹਦੀ ਖੁਸ਼ੀ ਹੈ, ਕਿੱਡੀ ਵੱਡੀ ਉਹਦੀ ਰਜ਼ਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਚਾਹੀਦਾ। ਜੋ ਉਸ ਨੂੰ ਚੰਗਾ ਲੱਗਦਾ ਹੈ, ਭਾਵੈ ਭਾਵ ਭਾਉਂਦਾ ਹੈ, ਚੰਗਾ ਲੱਗਦਾ ਹੈ, ਸੋਈ ਕਰਸੀ, ਉਹੀ ਉਹ ਕਰੇਗਾ, ਹੁਕਮ ਨਾ ਕਰਨਾ ਚਾਹੀਦਾ। ਅਸੀਂ ਉਹਨੂੰ ਕੋਈ ਹੁਕਮ ਨਹੀਂ ਕਰ ਸਕਦੇ, ਅਸੀਂ ਉਹਦੇ ਕੋਲ ਇਹ ਡਿਮਾਂਡ ਨਹੀਂ ਕਰ ਸਕਦੇ ਕਿ ਤੂੰ ਕੀ ਕਰ ਤੇ ਕੀ ਨਾ ਕਰ, ਇਹ ਕਰ ਇਹ ਨਾ ਕਰ। ਇਹ ਅਸੀਂ ਉਹਨੂੰ ਹੁਕਮ ਨਹੀਂ ਕਰ ਸਕਦੇ, ਕੋਈ ਉਹਨੂੰ ਹੁਕਮ ਨਹੀਂ ਕਰ ਸਕਦਾ। ਉਹਨੂੰ ਹੁਕਮ ਇਹ ਕੀਤਾ ਹੀ ਨਹੀਂ ਜਾ ਸਕਦਾ, ਨਾ ਕਰਨਾ ਜਾਈ। ਉਹਨੂੰ ਇਹ ਹੁਕਮ ਕਿਹਾ ਹੀ ਨਹੀਂ ਜਾ ਸਕਦਾ, ਕੀਤਾ ਹੀ ਨਹੀਂ ਜਾ ਸਕਦਾ। ਤਾਂ ਸਤਿਗੁਰੂ ਕਹਿੰਦੇ ਹਨ ਉਹ ਐਡਾ ਵੱਡਾ ਹੈ, ਉਹਨੂੰ ਜੋ ਭਾਉਂਦਾ ਹੈ ਉਹੀ ਉਹ ਕਰਦਾ ਹੈ। ਕਿਸੇ ਜੀਵ ਪਾਸੋਂ ਅਕਾਲ ਪੁਰਖ ਦੇ ਅੱਗੇ ਉਹਨੂੰ ਹੁਕਮ ਨਹੀਂ ਕੀਤਾ ਜਾ ਸਕਦਾ, ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਤੂੰ ਇਉਂ ਕਰ ਤੇ ਇਉਂ ਨਾ ਕਰ।
ਤੇ ਸਤਿਗੁਰੂ ਕਹਿੰਦੇ ਹਨ ਇਹ ਏਡਾ ਵੱਡਾ ਅਕਾਲ ਪੁਰਖ ਹੈ ਜਿਹੜਾ ਸਦਾ ਥਿਰ ਹੈ, ਸਦਾ ਸੱਚ ਹੈ, ਮਾਲਕ ਹੈ ਸਾਰਿਆਂ ਦਾ, ਸਦਾ ਥਿਰ ਰਹਿਣ ਵਾਲਾ ਹੈ ਵੀ, ਹਮੇਸ਼ਾ ਰਹੇਗਾ ਵੀ। ਉਸੇ ਨੇ ਇਹ ਸਾਰਾ ਜਗਤ ਬਣਾਇਆ ਹੈ। ਬੜੀ ਵੈਰਾਈਟੀ ਦੇ ਵਿੱਚ, ਬੜੀ ਇਨਫਾਈਨਾਈਟ ਵੈਰਾਈਟੀ ਦੇ ਵਿੱਚ ਅਕਾਲ ਪੁਰਖ ਨੇ ਇਹ ਰਚਨਾ ਨੂੰ ਬਣਾਇਆ ਹੈ, ਤਿੰਨਾਂ ਗੁਣਾਂ ਵਾਲੇ ਜਗਤ ਨੂੰ ਬਣਾਇਆ ਹੈ। ਤੇ ਉਹ ਕਰ ਕਰਕੇ ਇਹਦੀ ਸੰਭਾਲ ਵੀ ਕਰ ਰਿਹਾ ਹੈ ਆਪਣੀ ਰਜ਼ਾ ਦੇ ਵਿੱਚ। ਤੇ ਜੋ ਉਹ ਕਰਦਾ ਹੈ ਉਹ ਆਪਣੇ ਭਾਣੇ ਦੇ ਮੁਤਾਬਕ ਕਰਦਾ ਹੈ, ਅਸੀਂ ਉਹਦੇ ਵਿੱਚ ਇੰਟਰਫੇਅਰ ਵੀ ਨਹੀਂ ਕਰ ਸਕਦੇ। ਤੇ ਸਤਿਗੁਰੂ ਕਹਿੰਦੇ ਹਨ ਕਿ ਹੇ ਮੇਰੇ ਪਿਆਰੇ ਬੱਚੇ, ਹੇ ਮੇਰੇ ਸਿੱਖ, ਤਾਂ ਫਿਰ ਤੇਰੇ ਲਈ ਕਰਨਾ ਕੀ ਬਣਦਾ ਹੈ? ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ। ਅਕਾਲ ਪੁਰਖ ਪਾਤਸ਼ਾਹ ਹੈ। ਹੈ ਤਾਂ ਉਹ ਪਾਤਸ਼ਾਹ ਵੀ ਉਹਦੇ ਦਰ ਦੇ ਉੱਤੇ ਮੰਗਤੇ ਹਨ, ਪਰ ਸਾਡੀ ਭਾਸ਼ਾ ਵਿੱਚ ਹੀ ਸਾਨੂੰ ਸਤਿਗੁਰਾਂ ਨੇ ਸਮਝਾਉਣਾ ਹੈ, ਤਾਂ ਇਹ ਲਫ਼ਜ਼ ਉਹਨਾਂ ਨੇ ਵਰਤ ਲਿਆ ਕਿ ਉਹ ਪਾਤਸ਼ਾਹ ਹੈ, ਉਹ ਸ਼ਾਹਾਂ ਦਾ ਪਾਤਸ਼ਾਹ ਹੈ। ਔਰ ਉਹ ਐਸਾ ਹੈ, ਐਸਾ ਮਾਲਕ ਹੈ ਕਿ ਜਿਹਦੇ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ, ਹੁਕਮ ਨਾ ਕਰਨਾ ਜਾਈ। ਤਾਂ ਹੇ ਮੇਰੇ ਪਿਆਰੇ ਬੱਚੇ, ਤੇਰੇ ਲਈ ਕਰਨਾ ਕੀ ਬਣਦਾ ਹੈ? ਤਾਂ ਫਿਰ ਤੇਰੇ ਲਈ ਇਹੀ, ਸਾਡੇ ਸਾਰਿਆਂ ਲਈ ਇਹੀ ਕਰਨਾ ਬਣਦਾ ਹੈ। ਸਤਿਗੁਰੂ ਕਹਿੰਦੇ ਹਨ ਹੇ ਨਾਨਕ ਰਹਿਣ ਰਜ਼ਾਈ। ਉਹਦੀ ਰਜ਼ਾ ਤੇ ਹੁਕਮ ਦੇ ਵਿੱਚ ਹੀ ਚੱਲਣਾ ਬਣਦਾ, ਕਿਉਂਕਿ ਉਹਦੀ ਰਜ਼ਾ ਹੀ ਸੁਪਰੀਮ ਹੈ। ਤੇ ਸਾਡਾ ਫਰਜ਼ ਬਸ ਇੱਕੋ ਹੀ ਬਣਦਾ ਹੈ ਕਿ ਉਹਦੀ ਰਜ਼ਾ ਦੇ ਅੱਗੇ ਸਿਰ ਝੁਕਾ ਕੇ ਅਸੀਂ ਆਪਣਾ ਜੀਵਨ ਜੀਵੀਏ। ਹੁਣ ਇੱਥੇ ਸਤਿਗੁਰਾਂ ਨੇ ਇਸ ਪੌੜੀ ਦਾ ਜੋ ਸਾਰਾ ਸਬਜੈਕਟ ਹੈ, ਇਹਨੂੰ ਦੁਬਾਰਾ ਫੇਰ ਸਾਨੂੰ ਉੱਥੇ ਹੀ ਲੈ ਗਏ ਹਨ ਜਿੱਥੋਂ ਇਹ ਬਾਣੀ ਦਾ ਆਰੰਭ ਹੋਇਆ ਸੀ, ਹੁਕਮ ਰਜ਼ਾਈ ਚੱਲਣਾ। ਕਹਿਣ ਤੋਂ ਭਾਵ ਕਿ ਇਸ ਬਾਣੀ ਦੇ ਵਿੱਚ ਸਤਿਗੁਰਾਂ ਦਾ ਜੋ ਉਪਦੇਸ਼ ਚੱਲ ਰਿਹਾ ਹੈ, ਉਹ ਬਿਲਕੁਲ ਇੱਕ ਲੜੀ ਦੇ ਵਿੱਚ ਬਾਰ-ਬਾਰ ਸਤਿਗੁਰੂ ਸਾਨੂੰ ਕਿਸੇ ਨਾ ਕਿਸੇ ਢੰਗ ਨਾਲ ਉੱਥੇ ਹੀ ਲੈ ਜਾਂਦੇ ਹਨ, ਕਿਉਂਕਿ ਇਸ ਬਾਣੀ ਦਾ ਉਪਦੇਸ਼ ਹੀ ਅਸਲ ਵਿੱਚ ਇਹ ਹੈ ਕਿ ਅਕਾਲ ਪੁਰਖ ਨਾਲ ਸਾਨੂੰ ਜੁੜਨਾ ਕਿਵੇਂ। ਉਹ ਸਤਿਗੁਰੂ ਨੇ ਇਸ ਪੌੜੀ ਦੇ ਵਿੱਚ ਸਾਨੂੰ ਉਹਨਾਂ ਸਾਰੀਆਂ ਸ਼ਕਤੀਆਂ ਤੋਂ ਸਾਵਧਾਨ ਕੀਤਾ, ਸੁਚੇਤ ਕੀਤਾ, ਜਿਨ੍ਹਾਂ ਦੇ ਭੁਲੇਖਿਆਂ ਵਿੱਚ ਫਸ ਕੇ ਅਸੀਂ ਸਰਵ ਸ਼ਕਤੀਮਾਨ ਅਕਾਲ ਪੁਰਖ ਤੋਂ ਟੁੱਟ ਜਾਂਦੇ। ਉਹ ਸਾਰੀਆਂ ਲੌਕਿਕ ਅਲੌਕਿਕ, ਉਹ ਸਾਡੀ ਮੱਤ ਨੂੰ ਅਚੰਭੇ ਚ ਪਾਉਣ ਵਾਲੀਆਂ ਇਹ ਬ੍ਰਹਿਮੰਡ ਦੀ ਜੋ ਰਚਨਾ ਹੈ, ਇਹਨਾਂ ਸ਼ਕਤੀਆਂ ਨੂੰ ਅਸੀਂ ਮਹਾਨ ਮੰਨ ਕੇ ਉਹਨਾਂ ਨਾਲ ਜੁੜ ਜਾਂਦੇ ਹਾਂ। ਸਤਿਗੁਰੂ ਕਹਿੰਦੇ ਹਨ ਕਿ ਇਹ ਸਾਰੀਆਂ ਤੇ ਉਹਦੇ ਦਰ ਦੀਆਂ ਜਾਚਕ ਸਮਝ ਤੂੰ, ਉਹਦੇ ਦਰ ਦੇ ਉੱਤੇ ਮੰਗਣ ਵਾਲੇ ਮਰਾਸੀ ਭੰਡ ਤੇ ਖੁਸਰੇ ਸਮਝ ਤੂੰ। ਇਸ ਤੋਂ ਬਾਅਦ ਇਹਨਾਂ ਦੀ ਕੋਈ ਹਸਤੀ ਨਹੀਂ, ਬਹੁਤ ਛੋਟੇ ਹਨ, ਨਿਗੂਣੇ ਹਨ, ਮੰਗਤੇ ਹਨ। ਤੂੰ ਇਹਨਾਂ ਦੀਆਂ ਭੁਲੇਖਿਆਂ ਦੇ ਵਿੱਚ ਨਹੀਂ ਪੈਣਾ, ਤੂੰ ਜੁੜਨਾ ਹੈ ਮੇਰੇ ਬੱਚੇ ਤਾਂ ਸਿਰਫ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਇਹ ਮੇਰੇ ਸਿੱਖ, ਤੂੰ ਉਹਦੇ ਨਾਲ ਜੁੜਨਾ। ਤੇ ਫਿਰ ਸਤਿਗੁਰਾਂ ਨੇ ਸਾਨੂੰ ਸਮਝਾਉਣ ਦੇ ਵਾਸਤੇ ਇਹਦੇ ਸਾਹਮਣੇ ਇੱਕ ਆਦਰਸ਼ ਰੱਖ ਦਿੱਤਾ ਕਿ ਤੇਰੇ ਨਾਲ ਤੇਰੇ ਅਸਲ ਗੁਣ ਗਾਉਣ ਵਾਲੇ ਕੌਣ ਹਨ? ਉਹੀ ਹਨ ਜਿਹੜੇ ਤੈਨੂੰ ਚੰਗੇ ਲੱਗਦੇ। ਇਹ ਆਦਰਸ਼ ਸਤਿਗੁਰਾਂ ਨੇ ਸਾਡੇ ਸਾਹਮਣੇ ਰੱਖ ਦਿੱਤਾ। ਰੱਤੇ ਤੇਰੇ ਭਗਤ ਰਸਾਲੇ, ਉਹ ਭਗਤ ਜਿਹੜੇ ਤੇਰੇ ਰੰਗ ਦੇ ਵਿੱਚ ਰੰਗੇ ਹੋਏ ਹਨ, ਜਿਹੜੇ ਨਿਰੰਕਾਰ ਪ੍ਰਭੂ ਦੇ ਪ੍ਰੇਮ ਦੇ ਵਿੱਚ ਗੁੜੁਚ ਹਨ, ਨੁੱਚੜ ਰਹੇ ਹਨ, ਜਿਹੜੇ ਪ੍ਰੇਮ ਨਾਲ ਭਰਪੂਰ ਹਨ। ਉਹ ਜੇ ਗੱਲ ਕਰਦੇ ਹਨ ਉਹਦੇ ਵਿੱਚੋਂ ਵੀ ਅਕਾਲ ਪੁਰਖ ਦਾ ਪ੍ਰੇਮ ਝਲਕਦਾ ਹੈ। ਉਹ ਜਿਹੜਾ ਕਰਮ ਕਰਦੇ ਹਨ, ਉਹ ਹਰ ਕਰਮ ਦੇ ਵਿੱਚੋਂ ਅਕਾਲ ਪੁਰਖ ਦਾ ਪ੍ਰੇਮ ਜਿਹੜਾ ਹੈ ਉਹ ਲਿਸ਼ਕਾਰੇ ਮਾਰਦਾ ਹੈ। ਉਹ ਕਿਸੇ ਉਹਨਾਂ ਦੀ ਤੱਕਣੀ ਦੇ ਵਿੱਚੋਂ, ਉਹ ਤੱਕਣੀ ਦੇ ਵਿੱਚੋਂ ਵੀ ਅਕਾਲ ਪੁਰਖ ਦੇ ਪ੍ਰੇਮ ਦੀ ਝਲਕ ਮਿਲਦੀ ਹੈ। ਇਹ ਆਦਰਸ਼ ਜਿਹੜਾ ਹੈ ਸਿੱਖ ਦੀ ਮੰਜ਼ਿਲ ਹੈ ਕਿ ਜੋ ਤੁਧ ਭਾਵਨ, ਉਸ ਅਵਸਥਾ ਨੂੰ ਪਹੁੰਚਣਾ ਹੈ ਸਿੱਖ ਨੇ। ਰੱਤੇ ਤੇਰੇ ਭਗਤ ਰਸਾਲੇ, ਸਤਿਗੁਰਾਂ ਨੇ ਇਹ ਸਾਡੇ ਸਾਹਮਣੇ ਕੰਟਰਾਸਟ ਕਰਕੇ ਆਦਰਸ਼ ਰੱਖ ਦਿੱਤਾ। ਕਿਹਦੇ ਨਾਲ? ਉਹਨਾਂ ਸਾਰੀਆਂ ਸ਼ਕਤੀਆਂ ਨਾਲ ਜਿਨ੍ਹਾਂ ਦੇ ਪਿੱਛੇ ਸਾਰਾ ਜਗਤ ਲੱਗਿਆ ਹੁੰਦਾ, ਜਿਨ੍ਹਾਂ ਨੂੰ ਇਮੈਜਿਨ ਕਰ ਕਰਕੇ ਕੋਈ ਸਵਰਗਾਂ ਦੇ, ਨਰਕਾਂ ਦੇ, ਹੈਵਨ ਦੇ, ਬੈਕੁੰਠ ਦੇ, ਕੋਈ ਦੇਵੀ ਦੇਵਤਿਆਂ ਦੇ, ਇੰਦਰ ਦੇ ਦਰਬਾਰਾਂ ਦੇ, ਪਤਾ ਨਹੀਂ ਕਿਹੜੇ ਕਿਹੜੇ ਥਾਵਾਂ ਦੇ ਉੱਤੇ ਲੋਕ ਲੱਗੇ ਹੋਏ ਨੇ, ਕਿਹੜੀਆਂ ਸ਼ਕਤੀਆਂ ਦੀ ਪੂਜਾ ਕਰਦੇ ਪਏ ਨੇ। ਸਤਿਗੁਰੂ ਕਹਿੰਦੇ ਹਨ ਨਹੀਂ, ਇਹ ਸਾਰਾ ਕੁਝ ਛੱਡ ਦੇ, ਬਸ ਉਹਦਾ ਪ੍ਰੇਮ ਤੇਰੇ ਵਾਸਤੇ ਸਭ ਤੋਂ ਉੱਪਰ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਉਹ ਮਤਲਬ ਉਹਦੇ ਨਾਲ ਜੋ। ਤਾਂ ਸਤਿਗੁਰੂ ਹੁਣ ਤੱਕ ਸਾਨੂੰ ਬਾਰ-ਬਾਰ ਢੰਗ ਦੇ ਨਾਲ ਸਾਨੂੰ ਮਤਲਬ ਇਹ ਪ੍ਰੇਰਨਾ ਦੇ ਰਹੇ ਹਨ ਕਿ ਹੇ ਮੇਰੇ ਸਿੱਖ, ਇਹ ਮੇਰੇ
ਬੱਚੇ ਤੂੰ ਉਸ ਅਕਾਲ ਪੁਰਖ ਨਾਲ ਜੁੜ। ਇੱਥੇ ਸਤਿਗੁਰਾਂ ਨੇ ਰੱਤੇ ਤੇਰੇ ਭਗਤ ਰਸਾਲੇ ਦਾ ਆਦਰਸ਼ ਦਿੱਤਾ ਹੈ। ਅੱਗੇ ਸਤਿਗੁਰਾਂ ਨੇ ਸਾਨੂੰ ਕਿਹਾ ਸੀ, ਨਾਨਕ ਭਗਤਾਂ ਸਦਾ ਵਿਗਾਸ, ਜਿਨ੍ਹਾਂ ਦੇ ਅੰਦਰ ਹਮੇਸ਼ਾ ਆਨੰਦ ਤੇ ਉਹ ਅਵਸਥਾ ਬਣ ਜਾਂਦੀ ਹੈ, ਵਿਗਾਸ ਦੀ ਅਵਸਥਾ ਬਣ ਜਾਂਦੀ ਹੈ। ਫਿਰ ਉਹਨਾਂ ਨੇ ਸਾਡੇ ਸਾਹਮਣੇ ਪੰਜ ਪਰਵਾਨ ਦਾ ਆਦਰਸ਼ ਦੱਸ ਦਿੱਤਾ, ਅਵਸਥਾ ਉਹ ਸਾਰੀ ਦੱਸੀ। ਤੇ ਹੁਣ ਸਤਿਗੁਰੂ ਭਗਤ ਰਸਾਲੇ ਦੀ ਗੱਲ ਕਰ ਰਹੇ। ਤੋ ਇਹ ਸਾਰੇ ਵੱਖੋ ਵੱਖਰੇ ਢੰਗ ਵਰਤ ਕੇ, ਸਾਰੀਆਂ ਦਲੀਲਾਂ ਵਰਤ ਕੇ, ਐਗਜ਼ਾਮਪਲ ਦੇ ਕੇ, ਵੱਖਰੀਆਂ ਵੱਖਰੀਆਂ ਤਸ਼ਬੀਹਾਂ ਦੇ ਕੇ ਸਤਿਗੁਰੂ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਨ ਦੇ ਵਾਸਤੇ ਪ੍ਰੇਰਨਾ ਦੇ ਰਹੇ ਹਨ। ਕਿ ਜਿਵੇਂ ਇਉਂ ਲੱਗਦਾ ਹੈ ਕਿ ਸਤਿਗੁਰੂ ਹੁਣ ਤੱਕ ਦੀਆਂ ਪੌੜੀਆਂ ਦੇ ਵਿੱਚ ਇਹ ਕਹਿ ਰਹੇ ਹਨ ਕਿ ਤੇਰੇ ਕੋਲ ਕੋਈ ਬਾਕੀ ਦਲੀਲ ਨਾ ਬਚੇ, ਤੇਰੇ ਕੋਲ ਕੋਈ ਬਹਾਨਾ ਨਾ ਬਚੇ, ਤੇਰੇ ਕੋਲ ਅਵੇਸਲੇ ਰਹਿਣ ਦਾ ਕੋਈ ਕਾਰਨ ਨਾ ਬਚੇ, ਕੋਈ ਤੇਰੇ ਕੋਲ ਇੰਟੈਲੈਕਚੁਅਲ ਜਿਮਨਾਸਟਿਕਸ, ਦਲੀਲਾਂ, ਦਿਮਾਗੀ ਕਸਰਤ ਨਾ ਬਾਕੀ ਬਚੇ, ਜਿਹਦੇ ਨਾਲ ਤੂੰ ਇਹ ਕਹਿ ਸਕੇ ਕਿ ਅਕਾਲ ਪੁਰਖ ਨਹੀਂ, ਮੈਂ ਕਿਸੇ ਹੋਰ ਦੇ ਨਾਲ ਜੁੜਨਾ ਹੈ। ਬਾਰ-ਬਾਰ ਸਾਨੂੰ ਹਰ ਢੰਗ ਦੇ ਨਾਲ ਸਤਿਗੁਰੂ ਸਮਝਾ ਰਹੇ ਹਨ ਕਿ ਉਸ ਪ੍ਰਭੂ ਨਾਲ ਜੁੜ, ਉਹਦੇ ਹੁਕਮ ਨਾਲ ਜੁੜ, ਉਹਦੇ ਨਾਮ ਨਾਲ ਜੁੜ, ਉਹਦੇ ਰੰਗ ਵਿੱਚ ਰੰਗਿਆ ਜਾ, ਤੇ ਤੇਰਾ ਜੀਵਨ ਇਉਂ ਰੰਗਿਆ ਜਾਵੇ ਕਿ ਤੇਰੇ ਹਰ ਬਚਨ ਦੇ ਵਿੱਚੋਂ, ਤੇਰੇ ਹਰ ਕਰਮ ਦੇ ਵਿੱਚੋਂ, ਤੇਰੀ ਨਜ਼ਰ ਦੇ ਵਿੱਚੋਂ, ਤੇਰੇ ਜੀਵਨ, ਸਮੁੱਚੇ ਜੀਵਨ ਵਿੱਚੋਂ ਉਸ ਪ੍ਰਭੂ ਦੇ ਪ੍ਰੇਮ ਦੀ ਜਿਹੜੀ ਸਾਨੂੰ ਲੋਹ ਦਿਸੇ, ਲਿਸ਼ਕ ਦਿਸੇ, ਉਹਦਾ ਰਸ ਤੇਰੇ ਜੀਵਨ ਦੇ ਵਿੱਚੋਂ ਚੋਣਾ ਸ਼ੁਰੂ ਹੋ ਜਾਏ। ਸਤਿਗੁਰੂ ਸਾਨੂੰ ਉਸ ਅਵਸਥਾ ਤੱਕ ਪਹੁੰਚਣ ਦੀ ਪ੍ਰੇਰਨਾ ਕਰ ਰਹੇ ਹਨ। ਤੇ ਸਾਰੀਆਂ ਜਿੰਨੀਆਂ ਪ੍ਰੀਕਾਸ਼ਨ ਸਤਿਗੁਰਾਂ ਨੂੰ ਲੱਗਿਆ ਵੀ ਇੱਥੇ ਇਹ ਮਤਲਬ ਅਸੀਂ ਭਟਕ ਸਕਦੇ ਹਾਂ, ਕਿਸੇ ਭੁਲੇਖੇ 'ਚ ਪੈ ਸਕਦੇ ਹਾਂ, ਸਤਿਗੁਰਾਂ ਨੇ ਹੁਣ ਤੱਕ ਉਹ ਵੀ ਨਾਲ ਸਾਡੇ ਨਿਵਰਤ ਕਰ ਦਿੱਤੇ ਹਨ ਕਿ ਨਹੀਂ, ਜੁੜਨਾ ਹੈ ਤਾਂ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਨਾਲ ਜੁੜਨਾ ਹੈ। ਇੰਨੀ ਵਿਚਾਰ ਸਵੀਕਾਰ ਕਰਨੀ ਜੀ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।